मशाला बाल के चलना जदों तक रात बाकी है, संभल के हर कदम रखना जदों तक रात बाकी है। सब दियां जो हन चहेतियां सब दियां, कलमानू अखियां सब दियां जो हन चहेतियां सब दियां, जिन्ना दी सोहनी किरत ते करिए फकर, जिन्ना दी सोहनी किरत ते करिए फकर, देश मेरे दा सच्चा सुच्चा लाल है साथी, की दसां कि किड्डा शख्स कमाल है साथी। देश मेरे दा सच्चा सुच्चा लाल है साथी, की दसां कि किड्डा शख्स कमाल है साथी। ईमानदारी सच्चाई दृढ़ता दर्द लुकाई दा, ईमानदारी सच्चाई दृढ़ता दर्द लुकाई दा, उच्च आदर्शां दी एक उच्च मिसाल है साथी। समय दे पन्नियां ते लोटू सरकारां दे मत्थे, ਸਮੇਂ ਦੇ ਪੰਨਿਆਂ ਤੇ ਲੋਟੂ ਸਰਕਾਰਾਂ ਦੇ ਮੱਥੇ ਉਕਰਿਆ ਹੋਇਆ ਬਾਗੀ ਇੱਕ ਸਵਾਲ ਹੈ ਸਾਥੀ। ਬਹੁਤ ਸਤਾਇਆ ਸਮੇਂ ਦੇ ਝੱਖੜਾਂ ਉਲਟ ਹਾਲਾਤਾਂ ਨੇ, ਬਹੁਤ ਸਤਾਇਆ ਸਮੇਂ ਦੇ ਝੱਖੜਾਂ ਉਲਟ ਹਾਲਾਤਾਂ ਨੇ, ਨਿੱਕੇ ਮੋਟੇ ਦੁੱਖ ਨੂੰ ਕੀ ਦਵਾਲ ਹੈ ਸਾਥੀ। ਬਾਲ ਮਸ਼ਾਲਾਂ ਚੱਲਣ ਦਾ ਬਸ ਹੋਕਾ ਹੀ ਨਹੀਂ ਦਿੰਦਾ, ਬਾਲ ਮਸ਼ਾਲਾਂ ਚੱਲਣ ਦਾ ਬਸ ਹੋਕਾ ਹੀ ਨਹੀਂ ਦਿੰਦਾ, ਲੱਟ ਲੱਟ ਬਲਦੀ ਖੁਦ ਵੀ ਇੱਕ ਮਸ਼ਾਲ ਹੈ ਸਾਥੀ, ਲੱਟ ਲੱਟ ਬਲਦੀ ਖੁਦ ਵੀ ਇੱਕ ਮਸ਼ਾਲ ਹੈ ਸਾਥੀ। ਮਹਿੰਦਰ ਸਾਥੀ ਦਾ ਜਨਮ 6 ਜੂਨ 1936 ਨੂੰ ਪਿਤਾ ਸਰਦਾਰ ਇੰਦਰ ਸਿੰਘ ਅਤੇ ਮਾਤਾ ਸ਼੍ਰੀਮਤੀ ਹਰਨਾਮ ਕੌਰ ਦੇ ਘਰ ਉਸ ਦੇ ਨਾਨਕੇ ਪਿੰਡ ਮੁਕਤਸਰ ਵਿਖੇ ਹੋਇਆ। ਮੇਰੇ ਪਿਤਾ ਜੀ ਉਦੋਂ ਸਿੰਗਾਪੁਰ ਵਗੈਰਾ ਸੇ ਜਾਪਾਨੀਆਂ ਦੀ ਕੈਦ ਵਿੱਚ। ਸਾਥੀ ਦੇ ਅਜੇ ਲੂਈ ਵੀ ਨਹੀਂ ਸੀ ਫੁੱਟੀ ਜਦੋਂ ਉਸ ਦੇ ਕਿਰਤੀ ਹੱਥ ਵਰਕਸ਼ਾਪ ਵਿੱਚ ਲੋਹੇ ਨੂੰ ਕੁੱਟ-ਕੁੱਟ ਸਿੱਧਾ ਕਰਨ ਲੱਗੇ। ਫਿਰ ਉਹ 10ਵੀਂ ਦੀਆਂ ਸਿਲੇਬਸ ਵਾਲੀਆਂ ਕਿਤਾਬਾਂ ਨੂੰ ਮੱਥਾ ਟੇਕ ਕੇ ਟਰੱਕਾਂ ਦੀ ਰਿਪੇਅਰ ਕਰਨ ਵਾਲੀ ਕਿਸੇ ਵਰਕਸ਼ਾਪ ਵਿੱਚ ਕੰਮ ਸਿੱਖਣ ਜਾ ਲੱਗਿਆ ਸੀ। ਪੜ੍ਹਾਈ ਉਹਨੇ ਸ਼ੌਕ ਨਾਲ ਨਹੀਂ ਛੱਡੀ ਸੀ, ਬਲਕਿ ਹਾਲਾਤਾਂ ਨੇ ਉਸ ਦੇ ਘਰ ਦੁਆਲੇ ਨਾਗ ਵਾਲੀ ਅਜਿਹਾ ਪਾਇਆ ਸੀ ਕਿ ਉਸਨੇ 10ਵੀਂ ਤੱਕ ਦਾ ਸਫ਼ਰ ਵੀ ਬੜੀ ਮੁਸ਼ਕਲ ਨਾਲ ਤੈਅ ਕੀਤਾ ਸੀ। ਕਿ ਮੈਂ ਮਤਲਬ ਅੰਡਰ ਮੈਟ੍ਰਿਕ ਜ਼ਿਆਦਾ ਨਹੀਂ ਪੜ੍ਹ ਸਕਿਆ, ਮੈਂ ਅੰਡਰ ਮੈਟ੍ਰਿਕ ਰਿਹਾ ਕਿਉਂਕਿ ਘਰ ਦੇ ਵਿੱਚ ਗਰੀਬੀ ਸੀ, ਕਿਤਾਬਾਂ ਫੀਸਾਂ ਹੋਰ ਵਗੈਰਾ ਵਗੈਰਾ ਜੋ ਖਰਚ ਹੁੰਦੇ ਆ ਤਾਲੀਮ ਦੇ ਉਹ ਪੂਰੇ ਨਹੀਂ ਕਰ ਸਕਦੇ ਸੀ। ਜਿਵੇਂ ਤਪਦੇ ਥਲਾਂ ਨੂੰ ਲੰਘ ਕੋਈ ਗੁਲਜ਼ਾਰ ਤੱਕ ਪਹੁੰਚੇ, ਅਸੀਂ ਵੀ ਇਸ ਤਰ੍ਹਾਂ ਹੀ ਹਾਂ ਕਿਸੇ ਦੇ ਪਿਆਰ ਤੱਕ ਪਹੁੰਚੇ। ਅਸੀਂ ਕਮਲੇ ਸੀ ਕੱਕੇ ਚੋਂ ਕ੍ਰਾਂਤੀ ਹੀ ਰਹੇ ਕੱਢਦੇ, ਤੁਸੀਂ ਸਿਆਣੇ ਸੀ ਕੱਕੇ ਤੋਂ ਜੋ ਕੋਠੀ ਕਾਰ ਤੱਕ ਪਹੁੰਚੇ। ਕਿ ਸ਼ਾਇਰੀ ਦੋ ਤਰ੍ਹਾਂ ਦੀ ਸ਼ਾਇਰੀ ਹੈ, ਇੱਕ ਲੋਕਾਂ ਦੀ ਸ਼ਾਇਰੀ ਤੇ ਇੱਕ ਰਾਜ ਦਰਬਾਰਾਂ ਦੀ ਸ਼ਾਇਰੀ। ਮਿੰਦਰ ਸਾਥੀ ਜਿਹੜਾ ਹੈ ਉਹਦੀ ਸ਼ਾਇਰੀ ਜਿਹੜੀ ਲੋਕਾਂ ਦੀ ਸ਼ਾਇਰੀ ਹੈ, ਰਾਜ ਦਰਬਾਰਾਂ ਦੀ ਸ਼ਾਇਰੀ ਨਹੀਂ।
ਉਹਨੇ ਅੱਜ ਤੱਕ ਜਾ ਕੇ ਕਦੇ ਵੀ ਲਾਲ ਕਿਲੇ ਤੇ ਕਵਿਤਾਵਾਂ ਨਹੀਂ ਪੜ੍ਹੀਆਂ, ਤੇ ਸ਼ਾਇਦ ਲਾਲ ਕਿਲੇ ਤੇ ਕਵਿਤਾਵਾਂ ਪੜ੍ਹਾਉਣ ਵਾਲਿਆਂ ਨੂੰ ਮਹਿੰਦਰ ਸਾਥੀ ਯਾਦ ਵੀ ਨਹੀਂ ਹੈ, ਕਿਉਂਕਿ ਉਹਨਾਂ ਲੋਕਾਂ ਨੂੰ ਮਹਿੰਦਰ ਸਾਥੀ ਦੀ ਜਿਹੜੀ ਸ਼ਾਇਰੀ ਆ ਉਹ ਮੇਚ ਨਹੀਂ ਆਉਂਦੀ। ਸਾਥੀ ਨੇ ਇਨਕਲਾਬ ਦਾ ਗੁੱਟ ਉਦੋਂ ਫੜਿਆ ਸੀ ਜਦੋਂ ਬੰਗਾਲ ਦੇ ਨਕਸਲਬਾੜੀ ਪਿੰਡ ਤੋਂ ਤੁਰੀ ਚਿੰਗਾੜੀ ਨੇ ਪੂਰੇ ਭਾਰਤ ਖਾਸ ਕਰ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਮਾੜੀਆਂ ਮੋਟੀਆਂ ਰੋਮਾਂਟਿਕ ਕਿਸਮ ਦੀਆਂ ਕਵਿਤਾਵਾਂ ਲਿਖ ਕੇ ਲਕੋ ਲੈਣ ਵਾਲੇ ਸਾਥੀ ਨੇ ਉਦੋਂ ਇਸ਼ਕੀਆਂ ਕਤਾਵਾਂ ਛੱਡ ਕੇ ਇਨਕਲਾਬੀ ਕਵੀ ਵਜੋਂ ਸਾਹਿਤ ਦੇ ਅੰਬਰ ਤੇ ਉਡਾਰੀ ਭਰਨੀ ਸ਼ੁਰੂ ਕੀਤੀ ਸੀ। ਮੇਰਾ ਬਾਪੂ ਜਿਹੜਾ ਸੀਗਾ ਉਹ ਕਿੱਸੇ ਪੜ੍ਹਨ ਦਾ ਬਹੁਤ ਸ਼ੌਕੀਨ ਸੀਗਾ। ਰੂਪ ਬਸੰਤ, ਸੁੱਚਾ ਸਿੰਘ ਸੂਰਮਾ, ਬੰਦਾ ਬਹਾਦਰ, ਹੋਰ ਕਈ ਕਿਸਮ ਦੇ ਕਿੱਸੇ, ਮੇਰੇ ਖਿਆਲ ਕੋਈ 150 ਕਿੱਸਾ ਹੋਣਾ ਜਿਹੜਾ ਉਹਨਾਂ ਦੇ ਕੋਲੇ ਪਿਆ ਸੀ। ਉਹ ਮੈਂ ਚੌਥੀ ਤੱਕ ਸਾਰੇ ਪੜ੍ਹ ਲਏ ਤੇ ਮੈਨੂੰ ਮੇਰਾ ਜੀ ਕਰਿਆ ਕਰੇ ਵੀ ਮੈਂ ਵੀ ਇਸ ਤਰ੍ਹਾਂ ਲਿਖਾਂ। ਤੇ ਫਿਰ ਮੇਰੇ ਮਾਮਾ ਜੀ, ਮਤਲਬ ਮੈਂ ਨਾਨਕੀ ਰਿਹਾ ਆਪਣੇ 7-8 ਸਾਲ। ਮੇਰੇ ਮਾਮਾ ਜੀ ਸਟੇਜ ਦੇ ਤਕੜੇ ਕਵੀ ਸੀਗੇ, ਜਸਵੰਤ ਸਿੰਘ ਪਿਆਰ, ਉਹਨਾਂ ਦੀਆਂ ਮੈਂ ਕਵਿਤਾਵਾਂ ਪੜ੍ਹਦਾ ਰਿਹਾ, ਹੋਰ ਸਾਰਾ ਪੜ੍ਹਦਾ ਰਿਹਾ। ਤੇ ਮੇਰੇ 'ਤੇ ਜਰਾਸੀਮ ਮਤਲਬ ਪੈਦਾ ਹੋ ਗਏ ਲਿਖਣ ਦੇ, ਕਵਿਤਾ ਲਿਖਣ ਦੇ। ਪਰ ਮੈਨੂੰ ਇਹ ਨਾ ਪਤਾ ਲੱਗੇ ਵੀ ਲਿਖੀ ਦੀ ਕਿਵੇਂ ਆ ਕਵਿਤਾ, ਮਤਲਬ ਤੁਕਬੰਦੀ ਦੀ ਮੈਂ ਜੋੜ ਦਿਆ ਕਰਾਂ, ਨਾ ਮੈਨੂੰ ਵਜਨ ਦਾ ਪਤਾ, ਨਾ ਵਹਿਰ ਦਾ ਪਤਾ, ਨਾ ਹੋਰ ਕਿਸੇ ਦਾ ਪਤਾ। ਤੇ ਫਿਰ ਇੱਕ ਹਾਦਸਾ ਵਾਪਰਿਆ ਜ਼ਿੰਦਗੀ ਦੇ ਵਿੱਚ। ਇਹ 1959 ਦੀ ਗੱਲ ਹੈ। 1959 ਦੀ ਗੱਲ ਹੈ। ਕੋਈ ਆਇਆ ਬੰਦਾ, ਕਹਿੰਦਾ ਨਹੀਂ ਬੰਦੀ, ਮਤਲਬ ਕੋ ਆਇਆ ਤੇ ਉਹ ਮਤਲਬ ਕੋਈ ਅਫੇਅਰ ਹੋਇਆ ਉਹਦੇ ਨਾਲ, ਅਫੇਅਰ ਹੋਇਆ ਤੇ ਉਹ ਚਲਾ ਗਿਆ। ਜਾਤ ਪਾਤ ਦਾ ਘੁਆੜੇ ਨੇ ਵੱਢ ਕੇ ਸਾਨੂੰ ਪਰਾਂ ਮਾਰਿਆ ਤਾਂ ਮਤਲਬ ਉੱਥੋਂ ਫਿਰ ਮੈਂ ਬੈਰਾਗ 'ਚ ਆ ਗਿਆ। ਮੈਂ ਬੈਰਾਗ 'ਚ ਆਇਆ ਤੇ ਮੇਰਾ ਜੀ ਕਰੇ ਵੀ ਮੈਂ ਕੋਈ ਮਤਲਬ ਆਪਣਾ ਦਰਦ ਕਿਹਨੂੰ ਦੱਸਾਂ। ਫਿਰ ਮੈਂ ਆਪਣਾ ਕਵਿਤਾ ਨੂੰ ਆਪਣਾ ਦਰਦ ਦੱਸਣਾ ਸ਼ੁਰੂ ਕੀਤਾ। ਉਹ ਇਸ ਤਰ੍ਹਾਂ ਕੀਤਾ ਕਿ ਮੈਂ ਲਿਖਿਆ ਕਰਾਂ, ਤੁਕਬੰਦੀ 'ਚ ਲਿਖਿਆ ਕਰਾਂ ਤਾਂ ਲਿਖ ਕੇ ਆਪਦੇ ਕੋਲੇ ਰੱਖ ਲਿਆ ਕਰਾਂ, ਵਿਖਾਇਆ ਕਿਸੇ ਨੂੰ ਨਾ ਕਰਾਂ, ਮੈਂ ਕਿਸੇ ਨੂੰ ਨਾ ਵਿਖਾਇਆ ਕਰਾਂ। ਫਿਰ ਹੌਲੀ ਕੀ ਹੋਇਆ ਕਿ ਮੈਂ ਮਤਲਬ ਰਸਾਲੇ ਪੜ੍ਹਨ ਲੱਗ ਪਿਆ। ਕਵਿਤਾ ਰਸਾਲਾ, ਹੋਰ ਬਹੁਤ ਰਸਾਲੇ ਸੀਗੇ ਨਿਕਲਦੇ, ਕੰਵਲ ਨਿਕਲਦਾ ਸੀ, ਹੋਰ ਕਿੰਨੇ ਨਿਕਲਦੇ ਰਸਾਲੇ, ਮੈਗਜ਼ੀਨ ਹੁਣ ਨਾਂ ਨਹੀਂ ਯਾਦ ਆ ਰਹੇ ਆ। ਉਹਨਾਂ ਵਿੱਚ ਕਵਿਤਾਵਾਂ ਮੈਂ ਕਵਿਤਾਵਾਂ ਪੜ੍ਹਦਾ ਤਾਂ ਮੈਨੂੰ ਚੰਗੀਆਂ ਲੱਗਦੀਆਂ। ਪਰ ਵਜ਼ਨ ਬਹਿਰ ਤਾਂ ਫਿਰ ਮੈਨੂੰ ਪਤਾ ਨਾ ਲੱਗਿਆ। ਫਿਰ ਮੈਂ ਮਤਲਬ ਗੀਤ ਲਿਖਣੇ ਸ਼ੁਰੂ ਕੀਤੇ। ਜਿਹੜੇ ਪਹਿਲਾਂ ਸਾਰਿਆਂ ਨੂੰ ਜਿਹੜਾ ਮਤਲਬ ਗੀਤ ਲਿਖਿਆ ਮੈਂ, ਉਹਨੂੰ ਤੁਹਾਨੂੰ ਬੋਲ ਉਹਦੇ ਇਸ ਤਰ੍ਹਾਂ ਸੀਗੇ ਕੁਝ। ਮੇਰੇ ਵੀਰਾਨ ਜੀਵਨ ਵਿੱਚ ਤੂੰ ਇਸ ਤਰ੍ਹਾਂ ਆ ਗਈ, ਜਿਵੇਂ ਰੁੱਤੇ ਪਤਝੜ ਦੀ ਬਹਾਰ ਛਾ ਗਈ। ਉਨੀ ਦਿਨੀ ਤੱਤੀ ਸੁਰ ਵਿੱਚ ਕਵਿਤਾਵਾਂ, ਕਹਾਣੀਆਂ ਲਿਖਣ ਵਾਲਿਆਂ ਦੀ ਝੰਡੀ ਸੀ। ਮਹਿੰਦਰ ਸਾਥੀ ਵੀ ਹੋਰ ਬਹੁਤ ਸਾਰੇ ਨੌਜਵਾਨਾਂ ਵਾਂਗੂ ਵੋਟਾਂ ਰਾਹੀਂ ਪੰਜਾਬ ਨੂੰ ਲੈਨਨ ਗਾਰਡ ਬਣਾ ਦੇਣ ਦੇ ਸੁਪਨੇ ਦਿਖਾਉਣ ਵਾਲਿਆਂ ਨਾਲੋਂ ਵੱਖਰੀ ਲੀਹ ਪਾੜ ਕੇ ਹਥਿਆਰਾਂ ਨਾਲ ਹੇਠਲੀ ਉੱਤੇ ਲਿਆ ਦੇਣ ਵਾਲਿਆਂ ਦਾ ਹਮਦਰਦ ਬਣ ਗਿਆ ਸੀ। ਸਾਥੀ ਦੀ ਸ਼ਾਇਰੀ ਦੇ ਵਿੱਚ ਦੇਖੋ, ਜਿਹੜੇ ਲੋਕ ਅਨਿਆਂ ਕਰਦੇ ਨੇ, ਉਹ ਨਿਆਂ ਕੋਈ ਸਟੇਟ ਕਰੇ, ਉਹ ਨਿਆਂ ਕੋਈ ਰਜਵਾੜੇ ਕਰਨ, ਜਾਂ ਸੱਤਾ ਤੇ ਕਾਬਜ਼ ਹੋਰ ਲੋਕ ਕਰਨ, ਜਾਂ ਸਮਾਜ ਤੇ ਕਾਬਜ਼ ਲੋਕ ਕਰਨ, ਸਾਥੀ ਉਹਨਾਂ ਨੂੰ ਵੀ ਆਪਣੇ ਨਿਸ਼ਾਨੇ ਤੇ ਲੈਂਦਾ ਹੈ। ਲੰਮੇ ਸਮੇਂ ਤੋਂ ਪੰਜਾਬ ਨੇ ਅਨਿਆਂ ਦੇਖਿਆ ਹੈ। ਹੁਣ ਵੀ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਨਾਲ ਅਨਿਆਂ ਹੋ ਰਿਹਾ, ਤੇ ਲੱਖਾਂ ਲੋਕ ਦਿੱਲੀ ਦੇ ਸਰਹੱਦ ਤੇ ਬੈਠੇ ਹੋਏ ਉਹ ਨਿਆਂ ਦੇ ਖਿਲਾਫ ਲੜ ਰਹੇ ਨੇ। ਤਾਂ ਸਾਥੀ ਨੇ ਇਹਦੇ ਬਾਰੇ ਬਹੁਤ ਚਿਰ ਪਹਿਲਾਂ ਸ਼ੇਅਰ ਹੈ ਲਿਖਿਆ ਵਾ। ਕਿਆ ਕਲਾਤਮਕਤਾ ਸ਼ੇਅਰ ਦੇ ਵਿੱਚ ਦੇਖੋ ਤੁਸੀਂ। ਨਦੀਏ ਨਿਆਂ ਦਾ ਨੀਰ ਜੇ ਖੇਤੀ ਤੂੰ ਵੰਡਦੀ, ਨਦੀਏ ਨਿਆਂ ਦਾ ਨੀਰ ਜੇ ਖੇਤੀ ਤੂੰ ਵੰਡਦੀ, ਖੇਤਾਂ 'ਚ ਉਗਦੇ ਥੋਰ ਨਾ ਉੱਠਦੇ ਗਬਾਰ ਨਾ। ਅਤੇ ਜਦੋਂ ਅਨਿਆਂ ਹੋਊਗਾ, ਸਹੀ ਰੂਪ ਦੇ ਵਿੱਚ ਸਾਧਨਾਂ ਦੀ ਵੰਡ ਨਾ ਹੋਊਗੀ, ਕਿਰਤ ਦੀ ਸਹੀ ਵੰਡ ਨਾ ਹੋਊਗੀ, ਕਿਰਤ ਦਾ ਸਹੀ ਨਾ ਮੁੱਲ ਮਿਲੂਗਾ, ਅਤੇ ਖੇਤਾਂ ਦੇ ਵਿੱਚੋਂ ਗਬਾਰ ਉੱਠਣੇ ਜਿਹੜੇ ਆ ਉਹ ਸੰਭਵ ਹੈ। ਇਹ ਯਥਾਰਥਕ ਗੱਲ ਹੈ ਕਿ ਖੇਤਾਂ ਦੇ ਵਿੱਚੋਂ ਫਿਰ ਅਵਾਰ ਉੱਠਣੇ ਆ।
ਸਾਥੀ ਉਦੋਂ ਵੀ ਇਨਕਲਾਬੀ ਬਣਿਆ ਰਿਹਾ ਜਦੋਂ ਨਹਿਰਾਂ ਅਤੇ ਕੱਸੀਆਂ ਦੇ ਪੁਲ ਪੁਲਿਸ ਅਤੇ ਨਕਸਲੀਆਂ ਦੇ ਕਥਿਤ ਮੁਕਾਬਲਿਆਂ ਦੇ ਚਸ਼ਮਦੀਦ ਗਵਾਹ ਬਣੇ ਸਨ। ਆਏ ਦਿਨ ਕਿਸੇ ਨਕਸਲੀ ਆਗੂ ਦੇ ਮੁਕਾਬਲੇ ਦੀ ਝੂਠੀ ਸੱਚੀ ਖਬਰ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀ ਸੀ। ਸਾਥੀ ਨੂੰ ਵੀ CID ਨੇ ਪੁਲਿਸ ਮੁਖਬਰ ਬਣ ਜਾਣ ਲਈ 25,000 ਰੁਪਇਆਂ ਦੀ ਮੋਟੀ ਰਾਸ਼ੀ ਦਾ ਚੋਗਾ ਪਾਇਆ ਸੀ। ਉਹਨਾਂ ਵੇਲਿਆਂ 'ਚ ਇਹ ਬੜੀ ਵੱਡੀ ਰਕਮ ਸੀ। ਸਾਥੀ ਦੇ ਘਰ ਦੀ ਹਾਲਤ ਗਰੀਬੀ ਨੇ ਬੁਰੀ ਤਰ੍ਹਾਂ ਝੰਬੀ ਹੋਈ ਸੀ। ਵਿਆਹੁਣਯੋਗ ਭੈਣ ਘਰੇ ਕੁਆਰੀ ਬੈਠੀ ਸੀ। ਮੁਖਬਰੀ ਬਦਲੇ ਹਾਸਲ ਕੀਤੀ ਰਾਸ਼ੀ ਨਾਲ ਘਰ ਦੀ ਉਬੜ ਖਾਬੜ ਹੋਈ ਕਬੀਲਦਾਰੀ ਦੀਆਂ ਕਈ ਖੁੱਡਾਂ ਬੰਦ ਕੀਤੀਆਂ ਜਾ ਸਕਦੀਆਂ ਸਨ। ਸਾਨੂੰ ਸ਼ੱਕ ਦੇ ਵਿੱਚ ਫੜਿਆ ਸੀਗਾ ਮੈਨੂੰ ਤੇ ਰਾਮ ਸਿੰਘ ਤਾਂ ਮਰ ਗਿਆ। ਇਹ ਹੁਣ 52 ਸਾਲ ਪਹਿਲਾਂ ਦੀ ਗੱਲ ਹੈ। ਉਹਨਾਂ ਨੇ ਬਹੁਤ ਤਸੀਹੇ ਦਿੱਤੇ, ਇੰਨੇ ਤਸੀਹੇ ਦਿੱਤੇ ਕਿ ਤੁਹਾਨੂੰ ਦੱਸ ਨਹੀਂ ਸਕਦਾ ਮੈਂ। 15 ਦੇ ਵਿੱਚ ਮਤਲਬ ਇੰਨੇ ਤਸੀਹੇ ਦਿੱਤੇ ਆ। ਫਿਰ ਉਹਨਾਂ ਨੇ ਆਫਰ ਕੀਤਾ ਮੈਨੂੰ ਕਿ ਤੂੰ ਬੰਦੇ ਫੜਾ ਦੇ ਕਿ ਤੈਨੂੰ 25,000 ਰੁਪਏ ਮਤਲਬ 25,000 ਉਹਨਾਂ ਸਮੇਂ 'ਚ ਵੈਲਿਊ ਕੱਢ ਕੇ ਵੇਖੋ ਤੁਸੀਂ 25,000 ਤੇ ਕਿੰਨੇ ਲੱਖ ਦੀ ਬਣਦੀ ਅੱਜ ਕੱਲ੍ਹ ਬਣਦੇ ਆ ਉਹ ਮਤਲਬ। ਪਰ ਮੈਂ ਆਖਿਆ ਮੈਂ ਮੁਖਬਰ ਨਹੀਂ ਬਣਦਾ, ਮੈਂ ਬਾਗੀ ਰਹੂੰਗਾ ਤੇ ਬਾਗੀ ਮਰੂੰਗਾ। ਕਲਮ ਦਾ ਸਫਰ ਹੈ, ਕਲਮ ਦਾ ਸਫਰ। ਖਰਵੇ ਸੁਭਾਅ ਦਾ ਇੰਦਰ ਸਿੰਘ ਬਾਘੇ ਪੁਰਾਣੇ ਨੇੜਲੇ ਆਪਣੇ ਪਿੰਡ ਕਾਲੇ ਕੇ ਰਹਿੰਦਿਆਂ ਆਪਣੇ ਜਵਾਕਾਂ ਤੇ ਉਹਨਾਂ ਦੀ ਮਾਂ ਨੂੰ ਬੇਵਜ੍ਹਾ ਹੀ ਕੁੱਟਮਾਰ ਕਰਦਾ। ਘਰ ਕੁਰੂਕਸ਼ੇਤਰ ਦਾ ਮੈਦਾਨ ਹੀ ਬਣਿਆ ਜਾਪਦਾ। ਮਿੰਦੀ ਨੂੰ ਬਾਪ ਦੇ ਇਸ ਸੁਭਾਅ ਦੀ ਕੋਈ ਸਮਝ ਨਾ ਪੈਂਦੀ। ਦਰਅਸਲ ਸਾਥੀ ਦਾ ਬਾਪ ਕਮਾਈ ਕਰਨ ਲਈ ਮਲਾਇਆ ਗਿਆ ਦੂਜੀ ਸੰਸਾਰ ਜੰਗ ਦੇ ਵਲੇਵੇਂ ਵਿੱਚ ਆ ਗਿਆ ਸੀ। ਫਿਰ ਕਈ ਵਰੇ ਉਸ ਦਾ ਥਹੁ ਪਤਾ ਹੀ ਨਹੀਂ ਸੀ ਲੱਗਿਆ। ਦੂਜੀ ਸੰਸਾਰ ਜੰਗ ਦੇ ਖਾਤਮੇ ਦੇ ਕਈ ਵਰਿਆਂ ਬਾਅਦ ਜਦੋਂ ਅਚਾਨਕ ਬਾਪ ਜਾਪਾਨੀਆਂ ਦੀ ਕੈਦ ਚੋਂ ਰਿਹਾ ਹੋ ਕੇ ਘਰ ਆ ਗਿਆ ਤਾਂ ਪਰਿਵਾਰ ਜਿਵੇਂ ਫਿਰ ਜਿਉਂਦਿਆਂ ਵਿੱਚ ਹੋ ਗਿਆ ਹੋਵੇ। ਘਰ ਵਿੱਚ ਨੂੰਹ ਸੱਸ ਦੀ ਬਣਦੀ ਨਹੀਂ ਸੀ। ਇੰਦਰ ਸਿੰਘ ਸਾਰੇ ਜਵਾਕ ਚੱਲੇ ਨੂੰ ਲੈ ਕੇ ਮੋਗੇ ਆ ਗਿਆ, ਜਿੱਥੇ ਉਸਨੇ ਲੱਕੜੀਆਂ ਦੀ ਟਾਲ ਅਤੇ ਤੂੜੀ ਵੇਚਣ ਦਾ ਕੰਮ ਚਲਾ ਲਿਆ। ਘਰ ਦੀ ਘੋਰ ਗਰੀਬੀ, ਥੋੜਾ ਮਾਰੇ ਪਰਿਵਾਰ ਵਿੱਚ ਚੱਲਦੀ ਰਹਿੰਦੀ ਮਹਾਭਾਰਤ, ਨਿੱਤ ਦਿਹਾੜੇ ਹੁੰਦੀ ਕੁੱਟਮਾਰ, ਬਚਪਨ ਦੇ ਆੜੀ ਦਾ ਵਿਛੋੜਾ, ਮਾੜੀ ਆਰਥਿਕਤਾ ਕਾਰਨ ਅਧਵਾਟੇ ਹੀ ਛੁੱਟ ਗਈ ਪੜ੍ਹਾਈ, ਕ੍ਰਿਸ਼ਨਾ ਦੀ ਜੁਦਾਈ ਤੇ ਫੈਕਟਰੀਆਂ ਅੰਦਰ ਹੋਏ ਆਰਥਿਕ ਸ਼ੋਸ਼ਣ ਨੇ ਸਾਥੀ ਨੂੰ ਬਗਾਵਤੀ ਸੁਰਵਾਲਾ ਬਣਾ ਦਿੱਤਾ। ਉਹ ਗੱਲ-ਗੱਲ ਤੇ ਅੜਨ ਤੇ ਲੜਨ ਲੱਗ ਪਿਆ ਸੀ। ਕਵਿਤਾਵਾਂ ਵਿੱਚੋਂ ਅੱਗ ਨਿਕਲਣੀ ਸ਼ੁਰੂ ਹੋਈ। ਚੁੱਪ ਰਹਿਣੇ ਸੁਭਾਅ ਵਾਂਗ ਸਾਥੀ ਨੇ ਬਗਾਵਤ ਦਾ ਪਹਿਲਾ ਝੰਡਾ ਜੈ ਭਾਰਤ ਮੈਟਲ ਇੰਡਸਟਰੀਜ਼ ਦੇ ਆਪਣੇ ਮਾਲਕਾਂ ਖਿਲਾਫ ਹੀ ਚੁੱਕ ਲਿਆ ਸੀ, ਜਿੱਥੇ ਸਾਥੀ ਟਰਨਰ ਵਜੋਂ ਕੰਮ ਕਰਦਾ ਸੀ। ਇਸ ਫੈਕਟਰੀ ਵਾਲਿਆਂ ਨੇ ਕਾਮਿਆਂ ਨੂੰ ਨਵੇਂ ਸਾਲ ਤੇ ਬੋਨਸ ਦੇਣ ਤੋਂ ਨਾ ਕਰ ਦਿੱਤੀ ਤਾਂ ਸਾਥੀ ਨੇ ਮੋਗੇ ਦੀ ਮਸ਼ਹੂਰ ਦੁੱਧ ਫੈਕਟਰੀ ਤੇ ਕਾਮਿਆਂ ਦੀ ਸਲਾਹ ਨਾਲ ਆਪਣੀ ਫੈਕਟਰੀ ਦੇ 150 ਕਾਮਿਆਂ ਨੂੰ ਤਿਆਰ ਕਰਕੇ ਮਾਲਕਾਂ ਖਿਲਾਫ ਸੰਘਰਸ਼ ਵਿੱਢ ਦਿੱਤਾ। ਸਾਥੀ ਦੀਆਂ ਜੋਸ਼ੀਲੀਆਂ ਕਵਿਤਾਵਾਂ ਫੈਕਟਰੀ ਕਾਮਿਆਂ ਵਿੱਚ ਜੋਸ਼ ਭਰਦੀਆਂ। ਜਦੋਂ ਤੱਕ ਹਥੇਲੀ ਤੇ ਸਿਰ ਨਾ ਧਰੋਗੇ, ਮੁਹੱਬਤ ਦੀ ਬਾਜੀ 'ਚ ਯਾਰੋ ਹਰੋਗੇ। ਤੁਸੀਂ 90 ਆਪਣੇ ਇਹ ਮੋਟਕੇ ਦੇ ਮੋਤੀ 10 ਲੁੱਟਦਿਆਂ ਨੂੰ ਕਦੋਂ ਤੱਕ ਜਰੋਗੇ। ਉਹ ਮਹਿਲੀ ਬਣੇ ਤੁਹਾਡੇ ਹੀਟਰ ਨੇ ਮਗਦੇ, ਇਹ ਫੁੱਟਪਾਥਾਂ ਤੇ ਬੈਠੇ ਕਦੋਂ ਤੱਕ ਠਰੋਗੇ। ਅਮਰ ਸਾਥੀਓ, ਇਹ ਹੋ ਜਾਊ ਹਯਾਤੀ, ਮਨੁੱਖਤਾ ਲਈ ਲੜਦੇ ਲੜਦੇ ਮਰੋਗੇ। ਸਾਥੀ ਦਾ ਦਬਦਬਾ ਵਧਦਾ ਗਿਆ। ਉਸਦੇ ਮਗਦੇ ਅੰਗਿਆਰਿਆਂ ਵਰਗੇ ਗੀਤਾਂ ਨੇ ਬੋਨਸ ਵਾਲੀ ਜੰਗ ਜਿੱਤ ਲਈ। ਮਾਲਕਾਂ ਨੇ ਹਥਿਆਰ ਸੁੱਟ ਦਿੱਤੇ ਸਨ। ਸੰਨ 1966 ਦੀ ਪਤਝੜ ਆਉਂਦਿਆਂ ਹੀ ਸਾਥੀ ਨੇ ਜੈ ਭਾਰਤ ਮੈਟਲ ਇੰਡਸਟਰੀਜ਼ ਛੱਡ ਕੇ ਵੈਦ ਤੀਰਥ ਰਾਮ ਕਿਆਂ ਵਾਲੀ ਫੈਕਟਰੀ ਵਿੱਚ ਆ ਹਾਜ਼ਰੀ ਲਾਈ ਸੀ।
ਇਹ ਕਿੰਨੇ ਹੀ ਚਿਰ ਤੋਂ ਬੰਦ ਪਈ ਫੈਕਟਰੀ ਸਾਥੀ ਦੇ ਭਰਾ ਅਤੇ ਸੁਰਜੀਤ ਕੁਮਾਰ ਨੇ ਠੇਕੇ ਤੇ ਲੈ ਕੇ ਚਾਲੂ ਕੀਤੀ ਸੀ। ਨਿਊ ਭਾਰਤ ਫੈਕਟਰੀ ਵਿੱਚ ਬਲਦਾਂ ਤੇ ਘੋੜਿਆਂ ਦੀਆਂ ਖੁਰੀਆਂ 'ਚ ਲੱਗਦੀਆਂ ਮੇਖਾਂ ਤੇ ਕਾਬਲੇ ਵਗੈਰਾ ਬਣਾਏ ਜਾਂਦੇ ਸਨ। ਇਹ ਫੈਕਟਰੀ ਵਿੱਚ ਮਾੜੀ ਮੋਟੀ ਜੀ ਤੁਕਬੰਦੀ ਕਰਨ ਵਾਲੇ ਠਾਣਾ ਸਿੰਘ ਨਾਲ ਸਾਥੀ ਦੀ ਨੇੜਤਾ ਬਣ ਗਈ। ਠਾਣੇ ਨੇ ਉਸ ਨੂੰ ਮਹਿੰਦਰ ਸਿੰਘ ਤੋਂ ਮਹਿੰਦਰ ਸਾਥੀ ਬਣਾ ਦਿੱਤਾ। ਫਾਜ਼ਿਲਕਾ ਵੱਲੀ ਦੇ ਇਸ ਠਾਣੇ ਨੇ ਹੀ ਸਾਥੀ ਨੂੰ ਮੁਕਤਸਰ ਨੇੜੇ ਭਲਾਈ ਆਣੀਏ ਠਾਣਾ ਸਿੰਘ ਨਾਲ ਮਿਲਾਇਆ ਸੀ। ਭਲਾਈ ਆਣੇ ਵਾਲੇ ਠਾਣਾ ਸਿੰਘ ਨਾਲ ਮੇਲ ਨੇ ਨਿਊ ਭਾਰਤ ਇੰਡਸਟਰੀ ਨੂੰ ਇਨਕਲਾਬੀਆਂ ਦੇ ਆਉਣ ਜਾਣ ਦਾ ਅੱਡਾ ਬਣਾ ਦਿੱਤਾ। ਇਹਨਾਂ ਦਿਨਾਂ ਵਿੱਚ ਹੀ ਸਾਥੀ ਦੀ ਲਿਖੀ ਨਜ਼ਮ ਜਨਮ ਜਨਮ ਦੇ ਸਾਥੀ ਮੇਰੇ ਕਵਿਤਾ ਰਸਾਲੇ ਵਿੱਚ ਛਪੀ। ਇਹ ਨਜ਼ਮ ਗੁਰਦੀਪ ਘੋਲੀਏ ਨਾਲ ਨੇੜਤਾ ਪੈਦਾ ਕਰ ਗਈ। ਇਹ ਉਹੀ ਗੁਰਦੀਪ ਘੋਲੀਆ ਸੀ ਜਿਸ ਨੇ ਗੁਰਪਾਲ ਸਿੰਘ ਪਾਲ ਦਾ ਗਾਇਆ ਬਹੁਤ ਚਰਚਿਤ ਗੀਤ ਪਾਲੀ ਪਾਣੀ ਖੂਹ ਤੋਂ ਭਰੇ ਲਿਖਿਆ ਸੀ। ਫਿਰ ਤਾਂ ਰਾਜਾਣੀਏ ਬੰਦ ਮਾਣੂਕਿਆਂ ਵਾਲੇ ਚਰਨ ਸਿੰਘ ਤੇ ਹੋਰ ਕਿੰਨੇ ਹੀ ਰੂਪੋਸ਼ ਨਕਸਲੇਟਾਂ ਨਾਲ ਸਾਥੀ ਦਾ ਮੇਲ ਹੋਣ ਲੱਗਾ। ਉਨੀ ਦਿਨੀ ਪੰਜਾਬ ਦੀਆਂ ਸੱਥਾਂ ਵਿੱਚ ਮੁੰਡਿਆਂ ਖੁੰਡਿਆਂ ਵੱਲੋਂ ਹੇਠਲੀ ਉੱਤੇ ਲਿਆਉਣ ਦੀਆਂ ਗੱਲਾਂ ਚੱਲਣ ਲੱਗ ਪਈਆਂ ਸਨ। ਮਾਸਕੋ ਦਾ ਲਾਲ ਚੌਕ ਸਾਥੀ ਦੇ ਵੀ ਸੁਪਨਿਆਂ ਵਿੱਚ ਆਉਣ ਲੱਗਾ ਸੀ। ਮਾਰਕਸ ਦੀ ਦਵੰਦਵਾਤਮਕ ਭੌਤਿਕਵਾਦ ਵਾਲੀ ਥਿਊਰੀ ਸਾਥੀ ਦੇ ਦਿਮਾਗ ਵਿੱਚ ਧੱਸਣ ਲੱਗੀ। ਸਾਥੀ ਨੇ ਫੈਕਟਰੀ ਦੇ ਠੇਕੇਦਾਰ ਬਣੇ ਆਪਣੇ ਭਰਾ ਖਿਲਾਫ ਹੀ ਝੰਡਾ ਚੁੱਕ ਲਿਆ। ਘਰ ਵਿੱਚ ਕਲੇਸ਼ ਖੜਾ ਹੋ ਗਿਆ, ਪਰ ਸਾਥੀ ਨੇ ਸੰਘਰਸ਼ ਨੂੰ ਪਿੱਠ ਨਾ ਵਿਖਾਈ। ਸਾਥੀ ਨੇ ਇਹ ਘੋਲ ਵੀ ਸ਼ਾਨ ਨਾਲ ਜਿੱਤ ਲਿਆ ਸੀ। 33 ਸਾਲ ਹੋ ਗਏ ਇਹਨਾਂ ਨਾਲ, ਤੇ ਮੇਰਾ ਇੱਕ ਧਰਮ ਆ ਕਿ ਜਦੋਂ ਵੀ ਬਾਜ਼ਾਰ ਨੂੰ ਜਾਣਾ ਤਾਂ ਸਾਥੀ ਜੀ ਕੋਲੇ ਗੇੜਾ ਲਾ ਕੇ ਆਉਣਾ। ਜਦੋਂ ਇਹਨਾਂ ਦੀ ਗਜ਼ਲ ਦੀ ਗੱਲ ਕਰੀਏ ਤਾਂ ਇਹਨਾਂ ਦੀ ਇੱਕ ਗਜ਼ਲ ਹੈ ਜਿਹੜੀ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਬੋਲੀ ਤੇ ਗਾਈ ਗਈ ਹੈ। ਉਹ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ। ਇਹਨੂੰ ਓਪੇਰੇ ਦੇ ਰੂਪ ਵਿੱਚ ਵੀ ਮੰਚਾਂ 'ਤੇ ਖੇਡਿਆ ਗਿਆ। ਭਾ ਮੰਨਾ ਸਿੰਘ ਨੇ ਇਸ ਦੀਆਂ ਸੈਂਕੜੇ ਨਹੀਂ ਹਜ਼ਾਰਾਂ ਪੇਸ਼ਕਾਰੀਆਂ ਕੀਤੀਆਂ। ਸਾਡੇ ਸਮਿਆਂ ਦਾ ਸਮਰੱਥ ਸ਼ਾਇਰ ਮਹਿੰਦਰ ਸਾਥੀ ਕੁਝ ਕੁ ਗਿਣਵੇਂ ਚੁਣਵੇਂ ਨਾਵਾਂ ਦੇ ਵਿੱਚ ਹੈ, ਜਿਵੇਂ ਡਾਕਟਰ ਜਗਤਾਰ, ਹਰਭਜਨ ਸਿੰਘ ਹੁੰਦਲ, ਪਾਸ਼, ਲਾਲ ਸਿੰਘ ਦਿਲ, ਸੰਤਰਾਮ ਉਦਾਸੀ। ਬਹੁਤ ਸਾਰੇ ਜਿਹੜੇ ਗਜ਼ਲ ਦੇ ਤਕਨੀਕੀ ਘਾੜੇ ਆ ਉਹ ਸਾਥੀ ਨੂੰ ਪੱਥਰ ਵਰਗੇ ਸ਼ਬਦ ਵਰਤਣ ਵਾਲਾ ਗਜ਼ਲਗੋ ਆਖਦੇ ਹਨ। ਪਰੰਤੂ ਸਾਥੀ ਕੀ ਕਰੇ, ਉਸ ਦੀਆਂ ਰਚਨਾਵਾਂ ਵਿੱਚ ਅਜਿਹਾ ਕੁਝ ਅਚੇਤ ਰੂਪ ਵਿੱਚ ਹੀ ਆ ਜਾਂਦਾ ਹੈ। ਕਿਉਂਕਿ ਉਹ ਸਾਰੀ ਉਮਰ ਲੋਹੇ ਨਾਲ ਘੁਲਦਾ ਰਿਹਾ ਹੈ, ਲੋਹਾ ਕੁੱਟਦਾ ਰਿਹਾ ਹੈ, ਲੋਹੇ ਵਰਗਾ ਸਖਤ ਜਾਨ ਹੈ। ਪੁਲਿਸ ਦਾ ਤਸ਼ੱਦਦ ਝੱਲਿਆ, ਕਈ ਵਾਰੀ 15 ਵੇਖੀਆਂ। 1947 ਦਾ ਵੀ ਉਹ ਚਸ਼ਮਦੀਦ ਗਵਾਹ ਹੈ ਤੇ AK-47 ਵਾਲੇ ਦੌਰ ਦਾ ਵੀ। ਉਸ ਨੇ ਮੋਗਾ ਗੋਲੀ ਕਾਂਡ ਆਪਣੇ ਹੱਡਾਂ 'ਤੇ ਹੰਢਾਇਆ ਹੈ, ਉਹ ਉਸ ਦਾ ਚਸ਼ਮਦੀਦ ਗਵਾਹ ਹੈ। ਉਹ ਲੋਕ ਪੱਖੀ ਅਵਾਮੀ ਸ਼ਾਇਰ ਹੈ। ਉਸ ਦਾ ਇੱਕ ਇੱਕ ਸ਼ੇਰ ਸਾਂਭਣਯੋਗ ਹੈ। ਮੈਂ ਉਸ ਦੀ ਕਲਮ ਨੂੰ ਸਿਜਦਾ ਕਰਦਾ ਹਾਂ, ਸਲਾਮ ਕਰਦਾ ਹਾਂ। ਬੇਸ਼ੱਕ ਮੈਂ ਕਵਿਤਾ ਲਿਖ ਲੈਂਦਾ ਹਾਂ, ਮੈਨੂੰ ਆਪ ਵੀ ਮੰਨਣ 'ਚ ਕੋਈ ਇਹਦੇ 'ਚ ਝਿਜਕ ਨਹੀਂ ਕਿ ਮੈਂ ਰੂਪਕ ਪੱਖੋਂ ਠੀਕ ਕਵਿਤਾ ਲਿਖ ਲੈਂਦਾ ਹਾਂ, ਪਰ ਜਿੰਨਾ ਚਿਰ ਸਾਥੀ ਜੀ ਦੀ ਪ੍ਰਵਾਨਗੀ ਨਹੀਂ ਮਿਲਦੀ ਮੈਨੂੰ ਉਹਨਾਂ ਚਿਰ ਚੈਨ ਨਹੀਂ ਆਉਂਦੀ। ਜੇ ਸਾਥੀ ਜੀ ਨੇ ਕਹਿ ਦਿੱਤਾ ਕਿ ਇਹ ਠੀਕ ਹੈ ਤਾਂ ਮੈਨੂੰ ਕਦੇ ਕਿਸੇ ਦੀ ਪਰਵਾਹ ਮੰਨਣ ਦੀ ਲੋੜ ਨਹੀਂ ਰਹੀ। ਸਾਥੀ ਜੀ ਸਾਡੇ ਪਥ ਪ੍ਰਦਰਸ਼ਕ ਹਨ,
ਰਾਹ ਦਰਸਾਵੇ ਹਨ, ਸੇਧ ਦੇਣ ਵਾਲੇ ਹਨ। ਮੇਰੀ ਜ਼ਿੰਦਗੀ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਤੋਂ ਸਿੱਖਿਆ ਹੈ। ਉਹਨਾਂ ਦੀ ਪਤਨੀ ਰਾਮ ਦੁਲਾਰੀ ਬੇਸ਼ੱਕ ਇਹਨਾਂ ਦਿਨਾਂ ਵਿੱਚ ਸਖਤ ਬਿਮਾਰੀ ਦੀ ਹਾਲਤ ਵਿੱਚੋਂ ਗੁਜ਼ਰ ਰਹੀ ਆ, ਮੈਨੂੰ ਉਹਨਾਂ ਵੱਲੋਂ ਮਾਂ ਵਰਗੀ ਮੁਹੱਬਤ ਮਿਲੀ ਹੈ। ਸਾਥੀ ਜੀ ਨੇ ਬਾਪ ਹੋਣ ਦਾ ਫਰਜ਼ ਨਿਭਾਇਆ ਹੈ। ਸਾਡੀ ਇੱਕ ਛੋਟੀ ਭੈਣ ਆ, ਸਾਥੀ ਜੀ ਦੀ ਬੇਟੀ, ਉਹ ਸਾਡੀ ਭੈਣਾਂ ਵਰਗਾ ਪਿਆਰ ਉਹਦੇ ਕੋਲੋਂ ਮਿਲਦਾ ਹੈ। ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਸਾਥੀ ਜੀ ਦੇ ਘਰੇ ਬੈਠਾ, ਕਿ ਆਪਣੇ ਘਰੇ ਬੈਠਾ। ਸਾਥੀ ਨੇ ਲੰਮਾ ਸਮਾਂ ਕਾਰਖਾਨਿਆਂ ਵਿੱਚ ਲੋਹਾ ਕੁੱਟਿਆ ਹੈ, ਪਰ ਲੋਹੇ ਨਾਲ ਲੋਹਾ ਹੋਣ ਵਾਲੇ ਸਾਥੀ ਨੂੰ ਦੇਸ਼ ਦੇ ਹੋਰਨਾਂ ਕਰੋੜਾਂ ਕਿਰਤੀਆਂ ਵਾਂਗ ਲੋਹੇ ਦੀ ਕਾਰ ਝੂਟਣ ਦਾ ਸਵਾਬ ਨਹੀਂ ਮਿਲਿਆ। ਲੋਹਾ ਕੁੱਟਦਿਆਂ ਹੱਥਾਂ ਤੇ ਪਏ ਅੱਟਣ ਇੰਨੇ ਕੁ ਸਖਤ ਹੋ ਗਏ ਹਨ ਕਿ ਉਸ ਦੇ ਹੱਥ ਹੀ ਲੋਹੇ ਦੇ ਹੋ ਗਏ ਹਨ। ਲੋਹੇ ਦੇ ਹੱਥਾਂ ਵਾਲਾ ਸਾਥੀ ਸਾਰੀ ਉਮਰ ਲੋਹੇ ਵਰਗੀ ਹੀ ਗਜ਼ਲ ਲਿਖਦਾ ਰਿਹਾ। ਸਾਥੀ ਦੇ ਅਟਣਾ ਵਾਲੇ ਹੱਥਾਂ ਤੋਂ ਕੋਮਲ, ਮੁਲਾਇਮ ਤੇ ਸੋਚ ਸਵਾਦ ਵਿੱਚ ਗੁੜੰਦ ਨਜ਼ਮਾਂ ਦੀ ਆਸ ਕਰਨੀ ਬੇਮਾਇਨਾ ਹੈ। ਫਿਰ ਵੀ ਕਲਾਤਮਕਤਾ ਅਤੇ ਸੂਖਮਤਾ ਨੂੰ ਕਿਸੇ ਨਜ਼ਮ ਜਾਂ ਗਜ਼ਲ ਦਾ ਜ਼ਰੂਰੀ ਅੰਗ ਮੰਨਣ ਵਾਲਿਆਂ ਨੂੰ ਉਹਦੇ ਬਹੁਤ ਸਾਰੇ ਸ਼ੇਰ ਦਿਖਾਏ ਜਾ ਸਕਦੇ ਹਨ। ਪੂਰੀ ਦਾਲ ਟੋਣ ਨਾਲੋਂ ਇੱਕ ਦਾਣਾ ਹੀ ਵੇਖਿਆ ਜਾ ਸਕਦਾ ਹੈ। ਉਹਨਾਂ ਪੁੱਛਿਆ, ਕਹਿਰ ਕੱਕਰ ਦਾ ਕਿਹੜੇ ਫੁੱਲ ਨਹੀਂ ਸਹਿ ਜਾਂਦੇ, ਮੈਂ ਅੰਮ੍ਰਿਤ ਵੇਲੇ ਕੂੜਾ ਫੋਲਦੇ ਬੱਚੇ ਵਿਖਾ ਦਿੱਤੇ। ਮੈਂ ਮਤਲਬ ਜਿਹੜਾ ਕਹਿੰਦਾ ਮੈਂ ਉਸ ਨੂੰ ਹੰਡਾਉਣਾ ਵੀ ਆ। ਮੈਂ ਕਹਿੰਦਾ ਨਹੀਂ, ਬਲਕਿ ਕੁਝ ਲੋਕ ਤੁਹਾਨੂੰ ਅਜਿਹੇ ਮਿਲਣਗੇ ਕਿ ਉਹ ਕਿਤਾਬਾਂ ਦੇ ਵਿੱਚ, ਆਪਣੀਆਂ ਕਵਿਤਾ ਵਿੱਚ, ਆਪਣੇ ਨਾਵਲ 'ਚ, ਆਪਣੇ ਕਹਾਣੀ ਦੇ ਵਿੱਚ ਕਹਿੰਦੇ ਤਾਂ ਬਹੁਤ ਚੰਗਾ ਕੁਝ ਹੈ, ਪਰ ਉਹ ਤੇ ਉਲਟ ਖੜੇ ਹੁੰਦੇ ਆ। ਇਹ ਜੋ ਉਲਟ ਖੜਦੇ ਆ, ਆਪਣੇ ਕਹੇ ਦੇ ਉਲਟ ਖੜਦੇ ਆ, ਉਹਦੇ ਮੈਂ ਸਖਤ ਵਿਰੋਧ ਹਾਂ। ਇੱਕ ਵਾਰ ਸਿਆਲ ਦੀ ਘਸਮੈਲੀ ਜੀ ਸ਼ਾਮ ਨੂੰ ਅਸੀਂ ਮੋਗਾ ਬਾਜ਼ਾਰ ਘੁੰਮਣ ਨਿਕਲੇ ਮੋਟਰਸਾਈਕਲ 'ਤੇ। ਸਾਥੀ ਸਾਹਿਬ ਦੀ ਹਮੇਸ਼ਾ ਆਦਤ ਹੁੰਦੀ ਹੈ, ਉਹ ਮੈਨੂੰ ਫੋਨ ਕਰਦੇ ਆ ਬਈ ਸ਼ਾਇਰਾ ਅੱਜ ਆਵਾਰਗੀ ਕਰੀਏ। ਉਹ ਆਵਾਰਗੀ ਕੇਵਲ ਆਵਾਰਗੀ ਨਹੀਂ ਹੁੰਦੀ, ਸ਼ਾਇਰਾਂ ਦੀ ਆਵਾਰਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਸਭ ਸ਼ਾਇਰ ਦੋਸਤ, ਸੂਝਵਾਨ ਪਾਠਕ ਸਭ ਦਾ ਜਾਣਦੇ ਨੇ, ਸਰੋਤੇ ਜਾਣਦੇ ਨੇ। ਤਾਂ ਇੱਕ ਰੈਗਸ ਮਾਲ ਜਿਹੜਾ ਸੈਕਿੰਡ ਹੈਂਡ ਜਿਹੜੇ ਕੱਪੜਿਆਂ ਦੀਆਂ ਫੜੀਆਂ ਰੇਹੜੀਆਂ ਲੱਗੀਆਂ ਹੁੰਦੀਆਂ ਨੇ, ਉਹਦੇ ਕੋਲ ਦੀ ਲੰਘਣ ਲੱਗੇ ਉਸ ਸ਼ਾਮ ਨੂੰ ਅਸੀਂ ਤਾਂ ਸਾਥੀ ਸਾਹਿਬ ਮੇਰੇ ਮੋਢੇ 'ਤੇ ਹੱਥ ਮਾਰ ਕੇ ਕਹਿੰਦੇ ਕਿ ਯਾਰ ਮੋਟਰਸਾਈਕਲ ਰੋਕ। ਤਾਂ ਮੈਂ ਰੋਕਿਆ ਤਾਂ ਪੁੱਛਿਆ ਜੀ ਕੀ ਹੋਇਆ, ਤੇ ਕਹਿੰਦੇ ਯਾਰ ਮੈਂ ਨਾ ਲੌਂਗ ਕੋਟ ਲੈਣਾ, ਮੇਰਾ ਬਹੁਤ ਚਿਰ ਦਾ ਮਨ ਆ ਅਤੇ ਉਹ ਜ਼ਰੂਰ ਲੈਣਾ ਆਪਾਂ ਅੱਜ। ਅਤੇ ਮੈਂ ਕਿਤੇ ਅਚੇਤ ਤੌਰ 'ਤੇ ਮੇਰੇ ਮੂੰਹ 'ਚੋਂ ਗੱਲ ਨਿਕਲ ਗਈ। ਮੈਂ ਕਿਹਾ ਜੀ ਆਪਾਂ ਨਵਾਂ ਰਹਿਣ ਦਿੰਦੇ ਹਾਂ, ਆਪਾਂ ਪੁਰਾਣਾ ਰਹਿਣ ਦਿੰਦੇ ਹਾਂ, ਨਵਾਂ ਕੋਟ ਲੈਂਦੇ ਹਾਂ। ਲੌਂਗ ਕੋਟ ਹੀ ਲੈ ਲਿਓ, ਪੁਰਾਣਾ ਰਹਿਣ ਦਿਓ, ਆਪਾਂ ਨਵਾਂ ਲੈਂਦੇ ਹਾਂ। ਤਾਂ ਸਾਥੀ ਸਾਹਿਬ ਅੰਦਰਲਾ ਕਾਮਰੇਡ ਉੱਠ ਖੜਾ ਹੋਇਆ, ਕਹਿੰਦਾ ਨਹੀਂ, ਆਪਾਂ ਬੁਰਜ਼ੂਆ ਕਲਾਸ 'ਚੋਂ ਥੋੜ੍ਹੀ ਹਾਂ, ਆਪਾਂ ਮਜ਼ਦੂਰ ਲੋਕ ਹਾਂ, ਆਪਾਂ ਨਵਾਂ ਕੋਟ ਨਹੀਂ ਲੈਣਾ, ਪਰ ਕੋਟ ਵੀ ਲੈਣਾ ਅਤੇ ਲੈਣਾ ਵੀ ਪੁਰਾਣਾ ਹੀ ਆ। ਮੈਂ ਸਾਥੀ ਉਹਨਾਂ ਨੂੰ, ਜਿਵੇਂ ਮੈਂ ਪਹਿਲਾਂ ਦੱਸਿਆ, ਮੈਂ ਜਾਣਦਾ ਵੀ ਹਾਂ, ਉਹਨਾਂ ਨੂੰ ਸਮਝਦਾ ਵੀ ਹਾਂ। ਮੈਂ ਦੂਜੀ ਵਾਰ ਇਹ ਨਹੀਂ ਕਿਹਾ ਕਿ ਆਪਾਂ ਕੋਟ ਨਵਾਂ ਲੈਣਾ। ਅਸੀਂ ਕੋਟ ਦਾ ਸੌਦਾ ਕੀਤਾ ਔਰ ਕੋਟ ਲੈ ਆਂਦਾ। ਇਵੇਂ ਹੀ ਜਦੋਂ ਆਏ ਸਿਆਲ ਚੜ੍ਹਦਾ ਹੁੰਦਾ, ਹਰ ਸਿਆਲ ਉਹ ਮੈਨੂੰ ਸੱਦਣਗੇ, ਕਹਿਣਗੇ ਯਾਰ ਮੈਂ ਆਹ ਸਿਆਲ ਨਹੀਂ ਕੱਢਦਾ। ਦਰਅਸਲ ਇਹ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਕੋਈ ਨਿਰਾਸ਼ਾ ਵੱਲ ਜਾ ਰਹੇ ਨੇ ਜਾਂ ਉਹਨਾਂ ਨੂੰ ਕੋਈ ਉਮੀਦ ਨਹੀਂ ਹੈ ਜੀਵਨ ਪ੍ਰਤੀ, ਕੋਈ ਆਸ ਨਹੀਂ ਬੱਝੀ ਹੋਈ ਉਹਨਾਂ ਦੀ। ਦਰਅਸਲ ਉਹਨਾਂ ਦੇ ਰਹਿਣ ਸਹਿਣ ਦਾ ਜਿਹੜਾ ਇਕੱਲਤਾ ਜਿਹੜੀ ਉਹਨਾਂ 'ਤੇ ਭਾਰੂ ਹੈ, ਉਹ ਜ਼ਿਆਦਾ ਹੀ ਕਿਤੇ ਨਾ ਕਿਤੇ ਨਾ ਪੱਖੀ ਸੋਚ ਵਾਲੇ ਪਾਸੇ ਲੈ ਜਾਂਦੀ ਹੈ। ਸਾਥੀ ਨੇ ਪੂਰੇ 6 ਦਹਾਕੇ ਸਾਹਿਤਕ ਸਫ਼ਰ ਤੈਅ ਕੀਤਾ ਹੈ। ਸੈਂਕੜੇ ਲੇਖਕਾਂ ਨਾਲ ਉਸਦੇ ਦੂਰ ਜਾਂ ਨੇੜੇ ਦੇ ਸੰਬੰਧ ਰਹੇ ਹਨ। ਉਹ 1966 ਵਿੱਚ ਲਿਖਾਰੀ ਸਭਾ ਮੋਗਾ ਦਾ ਮੈਂਬਰ ਬਣ ਗਿਆ ਸੀ। ਇਹ ਸਭਾ ਉਹਨਾਂ ਸਮਿਆਂ ਵਿੱਚ ਬਹੁਤ ਸਰਗਰਮ ਸੀ। ਜਸਵੰਤ ਸਿੰਘ ਕੰਵਲ, ਪ੍ਰੀਤਮ ਪੰਧੇਰ, ਗੁਰਚਰਨ ਚੀਮਾ, ਕਹਾਣੀਕਾਰ ਅਜੀਤ ਪੱਤੋ, ਹਰਪਾਲਜੀਤ ਪਾਲੀ,
ਭਾਗ ਸਿੰਘ ਉਪਾਸ਼ਕ, ਸੁਖਦੇਵ ਸੰਧੂ, ਦੇਸਰਾਜ, ਹਰਨੇਕ ਸਿੰਘ ਰਾਜਿਆਣਾ, ਅਜਮੇਰ ਗਿੱਲ ਤੇ ਸੱਤਿਆ ਪ੍ਰਕਾਸ਼ ਉੱਪਲ ਉਸ ਦੇ ਨੇੜਲੇ ਘੇਰੇ ਵਿੱਚ ਰਹੇ ਨੇ। ਅਜਮੇਰ ਗਿੱਲ ਨਾਲ ਬਹੁਤ ਗੂੜੀ ਯਾਰੀ ਸੀ। ਉਸ ਦਾ ਪਿੰਡ ਤਾਂ ਝੰਡਿਆਣਾ ਸੀ, ਪਰ ਪੜ੍ਹਨ ਲਿਖਣ ਦੇ ਮਹਿਫਲ ਜਮਾਉਣ ਲਈ ਅਜਮੇਰ ਗਿੱਲ ਨੇ ਮੋਗੇ ਚੁਬਾਰਾ ਕਿਰਾਏ ਤੇ ਲੈ ਕੇ ਦੇ ਦਿੱਤਾ ਸੀ। ਦੇਰ ਰਾਤ ਗਈ ਤੱਕ ਇਹ ਚੁਬਾਰੇ ਵਿੱਚ ਲੇਖਕਾਂ ਦੀਆਂ ਮਹਿਫਲਾਂ ਜੁੜਦੀਆਂ। ਮਾਝੇ ਵਾਲਾ ਕਹਾਣੀਕਾਰ ਮੁਖਤਾਰ ਗਿੱਲ, ਸ਼ਾਇਰ ਪਰਮਿੰਦਰਜੀਤ ਅਤੇ ਖੁਰਸ਼ੀਦ ਵਰਗੇ ਰੰਗਲੇ ਲੇਖਕ ਇਹਨਾਂ ਸਾਹਿਤਕ ਮਹਿਫਲਾਂ ਵਿੱਚ ਰੰਗ ਭਰਦੇ। ਪਿੰਗਲ ਅਰੂਜ਼ ਤੋਂ ਲੈ ਕੇ ਇਨਕਲਾਬ ਤੱਕ ਇਹਨਾਂ ਮਹਿਫਲਾਂ ਵਿੱਚ ਰਿੜਕਿਆ ਜਾਂਦਾ। ਸਾਥੀ ਸਾਹਿਬ ਨਾਲ ਉਮਰ ਦਾ ਵਕਫਾ ਹੋਣ ਦੇ ਬਾਵਜੂਦ ਦੋਸਤੀ ਦਾ ਲੈਵਲ ਸੀ। ਮੈਂ ਉਹਨਾਂ ਨੂੰ ਪੁੱਛਿਆ ਕਰਦਾ ਸੀ ਕਿ ਤੁਸੀਂ ਜਿਸ ਇਨਕਲਾਬ ਦੀ ਗੱਲ ਕਰਦੇ ਹੋ, ਆਪਣੀਆਂ ਰਚਨਾਵਾਂ ਜੋ ਉਹ ਇਨਕਲਾਬ ਕੀ ਚੀਜ਼ ਹੈ। ਉਹ ਇਸ ਤੇ ਗੱਲ ਤੇ ਵਜ਼ਨ ਦਿੰਦੇ ਸੀ ਕਿ ਇਨਕਲਾਬ ਆਊਗਾ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਸੈਟਲ ਹੋ ਜਾਣਗੀਆਂ, ਸਭ ਕੁਝ ਠੀਕ ਹੋ ਜਾਊਗਾ। ਮੈਂ ਮੁਤਫਿਕ ਨਹੀਂ ਸੁਣਦਾ। ਮੈਨੂੰ ਲੱਗਦਾ ਸੀ ਕਿ ਇਨਕਲਾਬ ਔਰ ਦਮਨਕਾਰੀ ਸ਼ਕਤੀਆਂ ਬਰਾਬਰ ਇਹਨਾਂ ਦਾ ਸਟਰਗਲ ਚਿਰਾਂ ਚੱਲੀ ਆ ਰਹੀ ਹੈ ਔਰ ਸ਼ਾਇਦ ਜਾਰੀ ਰਹੂਗੀ, ਪਰ ਬਹੁਤ ਹੌਸਲਾ ਦਿੰਦੇ ਸੀ। ਇਸ ਕਰਕੇ ਮੇਰਾ ਰੁਝਾਨ ਵੀ ਇਸ ਤਰ੍ਹਾਂ ਦੇ ਲਿਖਣ ਵੱਲ ਵਧਿਆ। ਸਾਥੀ ਸਾਹਿਬ ਬਾਰੇ ਮੈਂ ਡਿਟੇਲ ਦੇ ਵਿੱਚ ਕੁਝ ਦੱਸਣਾ ਚਾਹੁੰਦਾ ਸੀ ਜਿਹੜਾ ਮੈਂ ਆਪਣੀ ਹਿੰਦੀ ਜ਼ਬਾਨ ਵਿੱਚ ਲਿਖਿਆ ਉਹਨਾਂ ਬਾਰੇ। ਪੰਜਾਬੀ ਦਾ ਨਾਗਾਰਜੁਨ ਮਹਿੰਦਰ ਸਾਥੀ। ਉਸ ਸ਼ਾਇਦ ਹੀ ਕੋਈ ਐਸੀ ਗੱਲ ਹੋ ਜਿਹੜੀ ਮੈਂ ਉਹਨਾਂ ਦੇ ਆਪਣੇ ਦਰਮਿਆਨ ਜਾਂ ਸ਼ਾਇਰੀ ਸਾਡੇ ਦਰਮਿਆਨ ਸ਼ਾਇਰੀ ਦੇ ਸੰਦਰਭ 'ਚ ਜਿਹੜੀ ਵੀ ਗੱਲਬਾਤ ਹੁੰਦੀ ਸੀ ਉਹ ਮੈਂ ਦਰਜ ਕੀਤੀ। ਮੈਂ ਕੋਸ਼ਿਸ਼ ਕਰੂੰਗਾ ਕਿ ਉਸ ਨੂੰ ਮੰਜ਼ਰ ਆਮ ਤੱਕ ਲਿਆਇਆ ਜਾ ਸਕੇ। ਸਾਥੀ ਸਾਹਿਬ ਮੈਨੂੰ ਬਹੁਤ ਪਿਆਰ ਕਰਦੇ। ਉਹਨਾਂ ਦੀ ਸ਼ਾਇਰੀ ਦੇ ਵਿੱਚ ਜਿਸ ਇਨਕਲਾਬ ਦੀ ਗੱਲ ਹੁੰਦੀ ਸੀ ਉਹਨੂੰ ਆਮ ਤੌਰ ਤੇ ਨਾਅਰੇਬਾਜ਼ੀ ਕਿਹਾ ਜਾਂਦਾ ਸੀ, ਜਿਸ ਤੇ ਉਹ ਬੜੇ ਖਿੱਚਦੇ ਸੀ ਔਰ ਕਹਿੰਦੇ ਸੀ ਜੇ ਇਹ ਨਾਅਰਾ ਹੈ ਤੇ ਬੜਾ ਹੀ ਨੋਬਲ ਔਰ ਪਵਿੱਤਰ ਨਾਅਰਾ, ਇਸ ਨਾਅਰੇ ਦਾ ਮੈਂ ਸਨਮਾਨ ਕਰਦਾ। ਲੇਕਿਨ ਹੌਲੀ ਹੌਲੀ ਪੁਖਤਗੀ ਆਈ। ਪੁਖਤਗੀ ਦਾ ਮਤਲਬ ਹੈ ਕਿ ਇੱਕ ਨਾਅਰੇ ਦੀ ਕਵਿਤਾ ਨਹੀਂ, ਇੱਕ ਸੋਚ ਦੀ ਕਵਿਤਾ ਬਣ ਕੇ ਉਭਰੀ ਸਾਥੀ ਦੀ ਸ਼ਾਇਰੀ, ਤੇ ਮੈਂ ਉਹਨਾਂ ਦਾ ਮਦਈ ਹੋ ਗਿਆ। ਮੈਂ ਵੀ ਉਸੇ ਤਰ੍ਹਾਂ ਆਪਣੇ ਆਪ ਨੂੰ ਉਸੇ ਸੰਚੇ 'ਚ ਢਾਲਣ ਦੀ ਕੋਸ਼ਿਸ਼ ਕੀਤੀ ਔਰ ਅਸੀਂ ਦੋਨਾਂ ਨੇ ਮਿਲ ਕੇ ਆਪਣੇ ਆਪਣੇ ਕਿੱਤੇ ਵਿੱਚ ਜੋ ਕੰਮ ਕੀਤਾ ਉਹ ਸਭ ਦੇ ਸਾਹਮਣੇ ਜੋ ਵੀ ਕੀਤਾ। ਲੇਕਿਨ ਮੈਂ ਅੱਜ ਵੀ ਉਸ ਸ਼ਖਸੀਅਤ ਦੇ ਪ੍ਰਤੀ ਬਹੁਤ ਰਿਣੀ ਹਾਂ ਉਸਦਾ ਕਿ ਉਸ ਨੇ ਸਾਨੂੰ ਇੱਕ ਅੱਛੀ ਸੋਚ ਦੇ ਨਾਲ ਜੋੜਿਆ ਔਰ ਅੱਛੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਾਥੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ। ਉਹਨਾਂ ਦਾ ਸਕੂਲ ਅਘੋਸ਼ਿਤ ਸਕੂਲ, ਉਹਨਾਂ ਨੇ ਕਿਤੇ ਘੋਸ਼ਣਾ ਨਹੀਂ ਕੀਤੀ ਕਿ ਮੈਂ ਕੋਈ ਸਕੂਲ ਖੋਲ੍ਹਿਆ, ਲੇਕਿਨ ਉਹਨਾਂ ਦਾ ਸਕੂਲ ਪਹਿਲਾਂ ਵੀ ਸੀ, ਅੱਜ ਵੀ ਹੈ। ਔਰ ਮੈਂ ਚਾਹੁੰਦਾ ਕਿ ਜਦੋਂ ਤੱਕ ਸਾਥੀ ਸਾਹਿਬ ਰਹਿਣ ਇਹ ਸਕੂਲਿੰਗ ਬੱਚਿਆਂ ਦੀ ਉਹਨਾਂ ਨੂੰ ਲਿਖਣ ਪੜ੍ਹਨ ਦਾ ਤਰੀਕਾ ਜ਼ਿੰਦਗੀ ਦਾ ਸਿਖਾਉਣ, ਇਹ ਸੀ ਉਹਨਾਂ ਵਾਸਤੇ ਮੈਂ ਦੁਆ ਕਰਦਾ। ਪੰਜਾਬ ਦੇ ਸੰਤਾਪੇ ਦੌਰ ਵਿੱਚ ਸਾਥੀ ਨੇ ਬੁੱਗੀਪੁਰੀਏ ਨਾਟ ਨਿਰਦੇਸ਼ਕ ਪਰਮਜੀਤ ਗਿੱਲ ਦੇ ਨਾਲ ਨਾਟਕ ਕਰਨੇ ਸ਼ੁਰੂ ਕੀਤੇ। ਪਰਮਜੀਤ ਗਿੱਲ ਨਾਲ ਕੀਤੇ ਨਾਟਕਾਂ ਵਿੱਚ ਸਾਥੀ ਨੇ ਹੀ ਨਹੀਂ, ਉਸ ਦੀ ਸਾਥਣ ਰਾਮ ਦੁਲਾਰੀ ਤੇ ਬੇਟੀ ਸੰਜੂ ਨੇ ਵੀ ਅਦਾਕਾਰੀ ਕੀਤੀ। ਗੁੱਸੇ ਦੀ ਧਰਤੀ ਤੇ ਖੇਡੇ ਗਏ ਨਾਟਕ ਦੋ ਮਾਵਾਂ ਪੰਜਾਬੀ ਭਵਨ ਲੁਧਿਆਣਾ ਦੇ ਮੰਚ ਤੇ ਪੇਸ਼ ਤੂਤਾਂ ਵਾਲਾ ਖੂਹ ਅਤੇ ਫਰੀਦਕੋਟ ਬਾਬਾ ਫਰੀਦ ਦੇ ਮੇਲੇ ਤੇ ਖੇਡੇ ਨਾਟਕ ਕਾਲੇ ਲਿਖਣਾ ਲੇਖ ਨਾਲ ਸਾਥੀ ਨੇ ਅਦਾਕਾਰੀ ਦਾ ਸ਼ੌਂਕ ਵੀ ਪੂਰਾ ਕੀਤਾ। ਸੂਹੀ ਸਵੇਰ ਇੱਕ ਯਾਦਗਾਰੀ ਪੇਸ਼ਕਾਰੀ ਸੀ। ਰਾਮ ਦੁਲਾਰੀ ਵੱਲੋਂ ਸਾਥੀ ਦੇ ਲਿਖੇ ਗੀਤ ਉੱਪਰ ਬਹੁਤ ਹੀ ਪ੍ਰਭਾਵਸ਼ਾਲੀ ਸਮੂਹ ਗਾਨ ਤਿਆਰ ਕੀਤਾ ਗਿਆ। ਪਤਝੜ ਸਦਾ ਨਾ ਰਹਿਣੀ, ਆਉਣੀ ਬਹਾਰ ਅਕਸਰ, ਜੀਵਨ ਤੋਂ ਮੌਤ ਖਾਂਦੀ ਆਈ ਹੈ ਹਾਰ ਅਕਸਰ, ਇਹ ਸਹਿਮ ਦਾ ਸਮੁੰਦਰ ਲੈਣਾ ਹੀ ਲੈਣਾ ਇੱਕ ਦਿਨ, ਚਿੜੀਆਂ ਨੇ ਬਾਜਾਂ ਦੇ ਗਲ ਪੈਣਾ ਹੀ ਪੈਣਾ ਇੱਕ ਦਿਨ।
ਸਤਿਆਂ ਦੇ ਰੋਹ ਦੇ ਹੜ ਨੇ ਵਹਿਣਾ ਹੀ ਵਹਿਣਾ ਇੱਕ ਦਿਨ, ਜ਼ੁਲਮੋ ਸਤਮ ਦਾ ਧੌਲਰ ਢਹਿਣਾ ਹੀ ਢਹਿਣਾ ਇੱਕ ਦਿਨ। ਉੱਠਣਗੇ ਸਾਥੀ ਖਾਕੋਂ ਇਹ ਖਾਕ ਸਾਰ ਆਖਰ, ਪਤਝੜ ਸਦਾ ਨਾ ਰਹਿਣੀ ਆਉਣੀ ਬਹਾਰ ਆਖਰ। ਜੀਵਨ ਤੋਂ ਮੌਤ ਖਾਂਦੀ ਆਈ ਹੈ ਹਾਰ ਆਖਰ। ਬਹੁਤ ਸਮੇਂ ਤੋਂ ਵੈਸੇ ਲਿਖਦਾ ਆ ਰਿਹਾ ਸੀਗਾ, ਪਰ ਹੈਰਾਨੀ ਵਾਲੀ ਗੱਲ ਸੀਗੀ ਕਿ ਕੋਈ ਇਸ ਨੂੰ ਛਾਪਣ ਲਈ ਤਿਆਰ ਨਹੀਂ ਸੀਗਾ। ਅਤੇ ਚੇਤਨਾ ਪ੍ਰਕਾਸ਼ਨ ਵਾਲੇ ਨੇ ਪਹਿਲਾਂ ਇਹਦੀਆਂ ਜਿਹੜੀਆਂ ਗਜ਼ਲਾਂ ਸਾਰੀਆਂ ਇਕੱਠੀਆਂ ਕਰਵਾਈਆਂ ਇਹ ਤੋਂ, ਜੋ ਇੱਧਰ ਉੱਧਰ ਖਿੰਡੀਆਂ ਹੋਈਆਂ ਸੀ ਜਾਂ ਛਪੀਆਂ ਹੋਈਆਂ ਸੀ, ਵੱਖ ਵੱਖ ਮੈਗਜ਼ੀਨਾਂ ਜਾਂ ਅਖਬਾਰਾਂ 'ਚ ਛਪੀਆਂ ਹੋਈਆਂ ਸੀ। ਔਰ ਉਹ ਫਿਰ ਜਿਹੜਾ ਰਾਤ ਬਾਕੀ ਹੈ, ਜਦੋਂ ਤੱਕ ਰਾਤ ਬਾਕੀ ਹੈ, ਇਸ ਸਿਰਲੇਖ ਹੇਠ ਇਸ ਦੀ ਜਿਹੜੀ ਹੈ ਗਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ। ਔਰ ਇਸ ਦੇ ਵਿੱਚ ਸਾਰੀਆਂ ਗਜ਼ਲਾਂ ਜਿਹੜੀਆਂ ਹੈਗੀਆਂ ਉਹ ਇਨਕਲਾਬ ਨੂੰ ਸੰਬੋਧਿਤ ਸੀ। ਇਹ ਬੜੀ ਮੈਨੂੰ ਹੈਰਾਨੀ ਹੁੰਦੀ ਹੈ ਕਿ ਇਹ ਬੰਦਾ ਨਿਰੰਤਰ ਜਿਹੜਾ ਹੈਗਾ ਲਿਖਦਾ ਰਿਹਾ, ਨਿਰੰਤਰ ਜਿਹੜਾ ਹੈ ਇਹ ਛਪਦਾ ਰਿਹਾ, ਪਰ ਇਸ ਦੀ ਜਿਹੜੀ ਹੈਗੀ ਆ ਕਿਤਾਬ ਜਿਹੜੀ ਹੈਗੀ ਆ ਬੜੀ ਦੇਰ ਬਾਅਦ ਆਉਂਦੀ ਹੈ। ਵੈਸੇ ਇਸਨੇ ਲਿਖਿਆ ਵੀ ਘੱਟ ਹੈ, ਬਹੁਤ ਜ਼ਿਆਦਾ ਨਹੀਂ ਲਿਖਿਆ। ਜਿੰਨਾ ਲਿਖਿਆ ਉਹ ਸਾਰੇ ਜਿਹੜਾ ਹੈ ਉਹ ਛਪਾਏ ਦਾ, ਔਰ ਉਹ ਵਧੀਆ ਹੈ। ਅਤੇ ਮੈਨੂੰ ਲੱਗਦਾ ਕਿ ਇਸੇ ਕਰਕੇ ਜੇ ਭਾਵੇਂ ਘੱਟ ਲਿਖਿਆ, ਪਰ ਇਹਦੀ ਪ੍ਰਤਿਭਾਤਾ ਦੇ ਕਾਰਨ ਇਸ ਦੀ ਜਿਹੜੀ ਮਕਬੂਲੀਅਤ ਜਿਹੜੀ ਬਹੁਤ ਜ਼ਿਆਦਾ ਹੋਈ, ਇਹਨੂੰ ਪ੍ਰਸਿੱਧੀ ਜਿਹੜੀ ਹੈਗੀ ਆ ਬਹੁਤ ਮਿਲੀ। ਔਰ ਗਜ਼ਲਾਂ ਦੇ ਵਿੱਚ ਜਿਹੜਾ ਹੈਗਾ ਇਸ ਦਾ ਜਿਹੜਾ ਰੰਗ ਹੈਗਾ ਉਹ ਰਾਜਨੀਤਿਕ ਹੈ। ਸਾਰੀਆਂ ਗਜ਼ਲਾਂ ਉਹਦੀਆਂ ਰਾਜਨੀਤਿਕ ਸੁਰ ਨਾਲ ਸੰਬੰਧਿਤ ਨੇ। ਪਰ ਮੈਨੂੰ ਜਿਹੜਾ ਹੈਗਾ ਇੱਕ ਹੋਰ ਵੀ ਹੈ ਕਿ ਇਸ ਨੇ ਜੇ ਕੋਈ ਰੋਮਾਂਟਿਕ ਸ਼ੇਅਰ ਵੀ ਲਿਖਿਆ ਗਜ਼ਲ ਦੇ ਵਿੱਚ, ਪਿਆਰ ਮੁਹੱਬਤ ਦੀ ਕੋਈ ਗੱਲ ਵੀ ਕੀਤੀ ਹੈ, ਤਾਂ ਉਦੋਂ ਵੀ ਮਹਿੰਦਰ ਸਾਥੀ ਨੇ ਜਿਹੜਾ ਹੈਗਾ ਉਸ ਨੂੰ ਸਮਾਜਿਕ ਅਰਥਾਂ ਵਿੱਚ ਪੇਸ਼ ਕੀਤਾ ਗਿਆ ਹੈ। ਹਲਕੀ ਫੁਲਕੀ ਜਿਹੜੀ ਹੈਗੀ ਹੈ ਰੋਮਾਂਟਿਕਤਾ ਨੂੰ ਜਿਹੜਾ ਹੈਗਾ ਆਪਣੀਆਂ ਗਜ਼ਲਾਂ ਦੇ ਵਿੱਚ ਉਸਨੇ ਕੋਈ ਸਥਾਨ ਨਹੀਂ ਦਿੱਤਾ। ਮਹਿੰਦਰ ਸਾਥੀ ਜ਼ਿਆਦਾ ਪਾਪੂਲਰ ਗਜ਼ਲਕਾਰ ਦੇ ਤੌਰ 'ਤੇ ਹੀ ਹੈ, ਪਰ ਉਸਨੇ ਜਿਹੜਾ ਹੈ ਗੀਤ ਵੀ ਲਿਖੇ ਨੇ, ਔਰ ਗੀਤ 'ਤੇ ਖੁੱਲ੍ਹੀਆਂ ਕਵਿਤਾਵਾਂ ਵੀ ਰਚੀਆਂ ਨੇ, ਰੁਬਾਈਆਂ ਵੀ ਰਚੀਆਂ ਨੇ, ਦੋਹੇ ਵੀ ਰਚੇ ਨੇ। ਕਈ ਜਿਹੜੀਆਂ ਕਾਵਿ ਰੂਪਾਂ 'ਤੇ ਇਸ ਨੇ ਕੰਮ ਕੀਤਾ ਹੈ, ਪਰ ਜਿਹੜੀ ਇਹਦੀ ਕਵਿਤਾ ਦੀ ਅਤੇ ਗੀਤਾਂ ਦੀ ਪੁਸਤਕ ਹੈ ਉਹ ਪਤਝੜ ਸਦਾ ਨਾ ਰਹਿਣੀ, ਉਹ ਪਿਛਲੇ ਸਮੇਂ ਦੇ ਵਿੱਚ ਜਿਹੜੀ ਪ੍ਰਕਾਸ਼ਿਤ ਹੋ ਕੇ ਆਈ ਸੀ। ਔਰ ਅਤੇ ਇਸ ਤੋਂ ਬਿਨਾਂ ਜਿਹੜੀ ਹੈਗੀ ਉਸ ਦੀ ਇੱਕ ਹੋਰ ਵੀ ਕਵਿਤਾ ਦੀ ਕਿਤਾਬ ਜਿਹੜੀ ਹੈਗੀ ਹੈ ਉਹ ਆਈ ਸੀ। ਹੁਣ ਮੈਨੂੰ ਪਤਾ ਲੱਗਿਆ ਕਿ ਉਸ ਦੀਆਂ 94 ਗਜ਼ਲਾਂ ਸੰਗਮ ਵਾਲੇ ਸੰਗਮ ਜਿਹੜਾ ਪਬਲੀਕੇਸ਼ਨ ਉਹ ਜਿਹੜਾ ਹੈਗਾ ਉਸ ਦਾ ਪ੍ਰਕਾਸ਼ਿਤ ਕਰ ਰਹੇ ਨੇ। ਔਰ ਜਿਹੜੀਆਂ ਇਸ ਨੇ ਕਵਿਤਾਵਾਂ ਲਿਖੀਆਂ, ਜਿਹੜੀਆਂ ਇਸ ਨੇ ਗੀਤ ਲਿਖੇ ਨੇ, ਜਾਂ ਇਸ ਨੇ ਦੋਹੇ ਲਿਖੇ ਨੇ, ਜਾਂ ਰੁਬਾਈਆਂ ਲਿਖੀਆਂ ਨੇ, ਉਹਨਾਂ ਵਿੱਚ ਵੀ ਆਪਣੀ ਜਿਹੜੀ ਹੈਗੀ ਆ ਸੁਰ ਜਿਹੜੀ ਹੈਗਾ ਉਹ ਇਨਕਲਾਬੀ ਰੱਖੀ ਹੈ। ਇਹ ਇਸ ਦੀ ਵੱਡੀ ਪ੍ਰਾਪਤੀ ਹੈ। ਸਾਥੀ ਅਕਸਰ ਆਖਦਾ ਹੈ, ਇਨਾਮਾਂ ਸ਼ਨਾਮਾਂ ਖਾਤਰ ਨਹੀਂ ਲਿਖਿਆ, ਕਦੇ ਅਵਾਰਡਾਂ ਅਵੂਰਡਾਂ ਦੀ ਝਾਕ ਨਹੀਂ ਰੱਖੀ। ਪਲਸ ਮੰਚ ਦੇ ਭਾਜੀ ਗੁਰਸ਼ਰਨ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ। ਇਹ ਲੋਕਾਂ ਦਾ ਸਨਮਾਨ ਸੀ। ਇਹ ਸਨਮਾਨ ਲੈਂਦਿਆਂ ਮਾਣ ਵੀ ਮਹਿਸੂਸ ਹੁੰਦਾ ਸੀ। ਭਾਈ ਸਾਹਿਬ ਸਰਕਾਰਾਂ ਦੀਆਂ ਬੁਰਕੀਆਂ ਦੀ ਝਾਕ ਰੱਖਣ ਵਾਲੇ ਹਾਕਮਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦੇ। ਜੋ ਗੱਲ ਗਲਦੌਦੀਆਂ ਦੀ ਗਾਉਂਦੇ ਹਾਹਾਕਾਰ ਦੀ ਰੁੱਤੇ, ਐ ਸਾਥੀ ਭੰਡ ਖੁਸਰੇ ਚੁਗਲੀਏ ਨੇ ਉਹ ਕਵੀ ਕਿੱਥੇ। ਉਹ ਜਿਹੜੇ ਰਾਜ ਦੀ ਬੁਰਕੀ ਤੇ ਪਲਦੇ ਨੇ ਪਏ ਯਾਰੋ, ਉਹਨਾਂ ਵਿੱਚ ਰਾਜ ਨੂੰ ਸ਼ੀ ਕਹਿਣ ਦੀ ਮਰਦਾਨਗੀ ਕਿੱਥੇ। ਮਹਿੰਦਰ ਸਾਥੀ ਲੋਕਾਂ ਦਾ ਸ਼ਾਇਰ ਹੈ। ਮੈਂ ਕਈ ਵਰ੍ਹਿਆਂ ਤੋਂ ਉਹਦੇ ਨਾਲ ਮੇਰਾ ਸਹਿਚਾਰ ਰਿਹਾ। ਮੈਂ ਹਮੇਸ਼ਾ ਉਹਨੂੰ ਮਸ਼ੀਨਾਂ ਨਾਲ ਅਤੇ ਜ਼ਿੰਦਗੀ ਨਾਲ ਘੁਲਦੇ ਦੇਖਿਆ। ਉਹ ਸਾਰੀ ਉਮਰ ਆਪਣੇ ਅਕੀਦੇ 'ਤੇ ਕਾਇਮ ਰਿਹਾ, ਅਕੀਦੇ ਲਈ ਲੜਿਆ, ਅਕੀਦੇ ਲਈ ਘੁਲਿਆ, ਅਕੀਦੇ ਬਾਰੇ ਹੀ ਸੋਚਿਆ ਅਤੇ ਅਕੀਦੇ ਬਾਰੇ ਹੀ ਉਹਦੀ ਸਮਝ ਬਣੀ। ਅਸੀਂ ਜਦੋਂ ਵੀ ਮਿਲਦੇ ਸਾਡੇ ਵਿਚਕਾਰ ਕੋਈ ਚੁਗਲੀਆਂ, ਕੋਈ ਮਤਭੇਦ, ਕੋਈ ਹੋਰ ਗੱਲਾਂ ਨਹੀਂ ਸੀ ਹੁੰਦੀਆਂ। ਸਾਡੇ ਵਿਚਕਾਰ ਹਮੇਸ਼ਾ ਸ਼ਾਇਰੀ ਹੁੰਦੀ ਸੀ, ਔਰ ਇਨਕਲਾਬੀ ਸ਼ਾਇਰੀ ਹੁੰਦੀ ਸੀ।
ਹੁਣ ਵੀ ਜਦੋਂ ਲੋਕ ਇਹ ਕਹਿੰਦੇ ਆ ਕਿ ਇਨਕਲਾਬ ਕੋ ਰਸਤੇ ਪੈ ਗਿਆ ਜਾਂ ਦੁਰਾਹੇ ਪੈ ਗਿਆ ਜਾਂ ਫੀਲਡ ਤੋਂ ਬਾਹਰ ਨਿਕਲ ਗਿਆ, ਹਾਲੇ ਵੀ ਉਹ ਅਖਾੜੇ 'ਚ ਖੜਾ ਹੋਇਆ, ਲਲਕਾਰਦਾ ਹੋਇਆ, ਕਹਿੰਦਾ ਕੋਈ ਆਓ, ਕੋਈ ਹੈ ਮੁਕਾਬਲੇ 'ਚ, ਸਾਥੀ ਖੜਾ ਹੈ, ਸਾਥੀ ਇਨਕਲਾਬ ਲਈ ਖੜਾ ਹੈ, ਸਾਥੀ ਦੀ ਸ਼ਾਇਰੀ ਇਨਕਲਾਬ ਲਈ ਖੜੀ ਹੈ, ਸਾਥੀ ਦੀ ਚੇਤਨਾ ਜਿਹੜੀ ਹੈ, ਸਾਡੀ ਦਾ ਚਿੰਤਨ ਜਿਹੜਾ ਹੈ ਉਹ ਇਨਕਲਾਬ ਲਈ ਖੜਾ ਹੈ, ਇਨਕਲਾਬ ਦੀ ਸ਼ਾਇਰੀ ਲਈ ਖੜਾ ਹੈ। ਅੱਜ ਵੀ ਜਦੋਂ ਲੋਕ ਮੌਕਾ ਪ੍ਰਸਤੀ ਲਈ ਇੱਧਰ ਉੱਧਰ ਘੁੰਮਦੇ ਆ, ਇੱਧਰ ਉੱਧਰ ਚਲੇ ਜਾਂਦੇ ਆ, ਅੱਜ ਵੀ ਉਹ ਸਾਥੀ ਜਿਹੜਾ ਹੈ ਉਹ ਆਪਣੀ ਉਸੇ ਪੁਰਾਣੀ ਅਕੀਦਤ 'ਤੇ ਕਾਇਮ ਹੈ। ਅੱਜ ਵੀ ਉਹ ਇਹੀ ਸੋਚਦਾ ਕਿ ਇਨਕਲਾਬ ਸਾਡੀਆਂ ਬਰੂਹਾਂ 'ਤੇ ਹੈ, ਇਨਕਲਾਬ ਆਊਗਾ, ਇਨਕਲਾਬ ਨੇ ਆਉਣਾ, ਇਨਕਲਾਬ ਨੇ ਆ ਕੇ ਰਹਿਣਾ। ਮੈਂ ਜਦੋਂ ਵੀ ਉਹਨੂੰ ਮਿਲਿਆ, ਮੈਂ ਹਮੇਸ਼ਾ ਉਹਨੂੰ ਕਿਸੇ ਨਾ ਕਿਸੇ ਬਿਮਾਰੀ ਨਾਲ ਮੁਬਤਲਾ ਦੇਖਿਆ। ਕਦੇ ਉਹਦੇ ਪਲੇਟ 'ਚ ਅਲਸਰ ਸੀ, ਕਦੇ ਉਹਦੇ ਕੋਈ ਹੋਰ ਬਿਮਾਰੀ, ਕਦੇ ਹੁਣ ਅੱਜ ਕੱਲ੍ਹ ਉਹਨੂੰ ਉੱਚਾ ਸੁਣਨ ਲੱਗ ਗਿਆ। ਅਤੇ ਮੈਂ ਬੜਾ ਹੱਸ ਕੇ ਕਹਿਣਾ ਹੁੰਦਾ ਵੀ ਚੰਗਾ, ਜਿਹੋ ਜਿਹੀਆਂ ਅੱਜ ਕੱਲ੍ਹ ਆਵਾਜ਼ਾਂ ਆ ਰਹੀਆਂ ਨੇ ਸਮਾਜ 'ਚੋਂ, ਜਿਹੋ ਜਿਹੀਆਂ ਸਮੇਂ 'ਚੋਂ ਆਵਾਜ਼ਾਂ ਨਿਕਲ ਰਹੀਆਂ ਨੇ, ਉਹਨਾਂ ਨੂੰ ਤਾਂ ਨਾ ਸੁਣਨਾ ਹੀ ਬਿਹਤਰ ਹੈ। ਸਾਥੀ ਸਾਹਿਬ, ਤੁਸੀਂ ਜ਼ਿੰਦਗੀ ਦੇ ਬਚਪਨ, ਜਵਾਨੀ ਅਤੇ ਬੁਢਾਪੇ ਦੇ ਜਿਹੜੇ ਪੜਾਅ ਨੇ ਇਹ ਕੰਪਲੀਟ ਕੀਤੇ ਨੇ। ਅੱਜ ਕੱਲ੍ਹ ਜਿਹੜਾ ਹੈ ਬੁਢਾਪੇ ਦੇ ਪੜਾਅ ਦੇ ਵਿੱਚੋਂ ਲੰਘ ਰਹੇ ਹੋ। ਜਵਾਨੀ ਦੇ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦੀ ਖਿੱਚ ਹੁੰਦੀ ਹੈ, ਸਾਰੀਆਂ ਫਿਜ਼ਾਵਾਂ ਜਿਹੜੀਆਂ ਉਹ ਪਿਆਰ ਨਾਲ ਭਰੀਆਂ ਦਿਸਦੀਆਂ। ਹਾਂ, ਪਿਆਰ ਮੇਰਾ ਮਤਲਬ ਇਹ 1959 ਦੀ ਗੱਲ ਹੈ। 1959 ਦੀ ਗੱਲ ਆ। ਕੋਈ ਸਾਡੇ ਗੁਆਂਢ ਮੇਰੇ ਦੋਸਤ ਦੀ ਭੈਣ ਦਾ ਵਿਆਹ ਸੀਗਾ। ਬੜੀ ਅਲੜ ਦੀ ਉਮਰ ਸੀਗੀ, ਮਤਲਬ ਸਾਡੇ 19-20 ਸਾਲ ਦੇ। ਮੇਰੇ ਜੋ ਦੋਸਤ ਦੀ ਭੈਣ ਦਾ ਵਿਆਹ ਸੀਗਾ, ਉਹ ਇੱਕ ਕੁੜੀ ਮਤਲਬ ਉੱਥੇ ਉਹਦੇ ਮੇਲ ਦੇ ਵਿੱਚ ਆਏ ਵੀ ਸੀਗੇ। ਮੇਲ ਤਾਂ ਉਹ ਮਤਲਬ ਉਹਦੇ ਨਾਲ ਅਫੇਅਰ ਜਿਹਾ ਹੋ ਗਿਆ, ਕਿਉਂਕਿ ਮਹੀਨਾ ਡੇਢ ਮਹੀਨਾ ਹੋ ਰਹੀ, ਅਤੇ ਸਾਡਾ ਅਫੇਅਰ ਜਿਹਾ ਹੋ ਗਿਆ। ਪਰ ਇਸੇ ਮਤਲਬ ਹੋਇਆ ਕਿ ਦੁਕਾਨ 'ਤੇ ਹੋਇਆ ਸਾਡਾ ਖੱਤ ਫੜਿਆ ਗਿਆ। ਖੱਤ ਫੜਿਆ ਗਿਆ ਅਤੇ ਫਿਰ ਉਹਨਾਂ ਨੇ ਉਸ ਕੁੜੀ 'ਤੇ ਬੈਨ ਲਾਤਾ, ਉਹਨੂੰ ਆਉਣਾ ਜਾਣਾ ਬੰਦ ਕਰ ਦਿੱਤਾ। ਉਹ ਮੇਰਾ ਫਸਟ ਲਵ ਕਹਿ ਸਕਦੇ ਹੋ। ਉਸ ਦੇ ਵਿੱਚ ਮੈਂ ਇੰਨਾ ਮਤਲਬ ਉਮਰ ਜਜ਼ਬਾਤੀ ਸੀ ਕਿ ਮੈਂ ਸੋਚਦਾ ਸੀ ਕਿ ਹੁਣ ਮੈਂ ਕਿਵੇਂ ਜੀ ਸਕੂੰਗਾ। ਫਿਰ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਕਹਿੰਦਾ ਕਿ ਨਹੀਂ, ਪ੍ਰੋਫੈਸਰ ਮੋਹਨ ਸਿੰਘ ਕਹਿੰਦਾ ਲੋਕਾਂ ਦਾ ਬਣ ਗਿਆ ਗਮ, ਬਣ ਮੇਰਾ ਬਣ ਗਿਆ। ਫਿਰ ਮੈਂ ਮਤਲਬ ਇਹ ਕੋਈ ਮੇਰੀ 25-26-27 ਸਾਲ ਦੀ ਉਮਰ ਹੋਊਗੀ, ਮੈਂ ਮਤਲਬ ਜਲਸੇ ਜਲੂਸਾਂ 'ਚ ਮੈਂ ਕਾਮਰੇਡਾਂ ਦੇ ਜਲਸੇ ਜਲੂਸ ਸੁਣਨ ਲੱਗ ਗਿਆ। ਅਤੇ ਫਿਰ ਮੇਰਾ ਜਿਹੜਾ ਸੀਗਾ ਨਾ, ਉਹ ਮੈਨੂੰ ਗਮ ਲੱਗਿਆ ਹੋਇਆ ਸੀਗਾ, ਜਿਹੜਾ ਜਾਤੀ ਗਮ ਜਾਂ ਤੁਸੀਂ ਉਹਨੂੰ ਕਹਿ ਲਓ, ਪਿਆਰ ਦਾ ਗਮ ਕਹਿ ਲਓ, ਉਸ ਨੂੰ ਮੈਂ ਸਾਰਾ ਲੋਕਤਾ ਦੇ ਗਮ 'ਚ ਢਾਲ ਦਿੱਤਾ। ਹੁਣ ਮੈਨੂੰ ਲੋਕਤਾ ਦਾ ਗਮ ਹੈ, ਲੋਕਤਾ ਦਾ ਗਮ ਮੈਨੂੰ ਹੈ ਅਤੇ ਆਖਰੀ ਦਮ ਤੱਕ ਰਹੂਗਾ, ਕਿਉਂਕਿ ਲੋਕਤਾ ਬਹੁਤ ਦੁਖੀ ਹੈ। ਤੁਸੀਂ ਵੀ ਸ਼ਾਮਲ ਹੋ, ਮੈਂ ਵੀ ਉਹਦੇ ਵਿੱਚ ਸ਼ਾਮਲ ਹਾਂ, ਸਾਰੇ ਲੋਕ ਸ਼ਾਮਲ ਨੇ। ਪਰ ਬੜਾ ਹੀ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬੀ ਦੇ ਜਿੰਨੇ ਵੀ ਆਲੋਚਕ ਹੋਏ ਨੇ ਜਾਂ ਹੁਣ ਵੀ ਆਲੋਚਨਾ ਕਰਦੇ ਨੇ, ਉਹਨਾਂ ਨੇ ਕਦੇ ਵੀ ਜਿਹੜਾ ਹੈਗਾ ਮਿੰਦਰ ਸਾਥੀ 'ਤੇ ਕੰਮ ਨਹੀਂ ਕੀਤਾ। ਔਰ ਇੱਥੋਂ ਤੱਕ ਹੈ ਕਿ ਜੇ ਸਮੁੱਚੀ ਕਵਿਤਾ 'ਤੇ ਵੀ ਜਦੋਂ ਕੋਈ ਗੱਲ ਕਰਦੇ ਨੇ ਤਾਂ ਉਦੋਂ ਵੀ ਜਿਹੜਾ ਹੈਗਾ ਮਿੰਦਰ ਸਾਥੀ ਦਾ ਕਿਧਰੇ ਜਿਹੜਾ ਹੈਗਾ ਉਹ ਨਾ ਉਹ ਲੈ ਕੇ ਤਿਆਰ ਨਹੀਂ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸ ਕਿਸਮ ਦੇ ਆਲੋਚਕ ਨੇ ਜਿਹੜੇ ਕਿ ਜਿਹੜਾ ਹੈਗਾ ਮਿੰਦਰ ਸਾਥੀ ਨੂੰ ਜਿਹੜਾ ਹੈਗਾ ਛੱਡ ਕੇ ਔਰ ਉਹਨਾਂ ਕਵੀਆਂ ਦੀ ਗੱਲ ਕਰਦੇ ਨੇ ਜਿਹੜੇ ਸਵੈ ਕੇਂਦਰਿਤ ਕਵਿਤਾ ਰਚਦੇ ਨੇ, ਜਿਹੜੇ ਨਿੱਜ ਨੂੰ ਮੁੱਖ ਰੱਖ ਕੇ ਕਵਿਤਾ ਲਿਖਦੇ ਨੇ, ਜਾਂ ਜਿਹੜੇ ਦੇਹਵਾਦ ਦੁਆਰੇ ਘੁੰਮਦੇ ਨੇ, ਉਹਨਾਂ ਕਵੀਆਂ 'ਤੇ ਜਿਹੜਾ ਹੈਗਾ ਉਹ ਕੰਮ ਜਿਹੜਾ ਵਧੇਰੇ ਹੋ ਰਿਹਾ। ਪਰ ਇਹ ਹੈ ਕਿ ਮਿੰਦਰ ਸਾਥੀ 'ਤੇ ਜਿਹੜਾ ਹੈਗਾ ਕਿਸੇ ਵੀ ਆਲੋਚਕ ਨੇ ਉਸ ਕਿਸਮ ਦਾ ਕੰਮ ਨਹੀਂ ਕੀਤਾ ਜੋ ਕਰਨਾ ਬਣਦਾ ਹੈ। ਆਵਾਮੀ ਲੋਕ ਸ਼ਾਇਰ ਮਹਿੰਦਰ ਸਾਥੀ ਨੇ ਪੰਜਾਬੀ ਸਾਹਿਤ ਜਗਤ ਨੂੰ ਜਲਾਵਤਨ ਰੁੱਤ ਪਰਤੇਗੀ। ਦੀਪ ਦਰਪਣ। ਜਦੋਂ ਤੱਕ ਰਾਤ ਬਾਕੀ ਹੈ,
ਅਤੇ ਪਤਝੜ ਸਦਾ ਨਾ ਰਹਿਣੀ ਜਿਹੇ ਕਾਵਿ ਸੰਗ੍ਰਹਿ ਦਿੱਤੇ ਹਨ। ਦੱਬੇ ਕੁਚਲੇ ਲੋਕਾਂ ਦੀ ਸਦਾ ਬਾਤ ਪਾਉਣ ਵਾਲੇ ਇਸ ਸ਼ਾਇਰ ਨੂੰ ਲੋਕਾਈ ਦਾ ਦਮ ਭਰਦੀਆਂ ਬਹੁਤ ਸਾਰੀਆਂ ਸੰਸਥਾਵਾਂ ਤੇ ਸਾਹਿਤ ਸਭਾਵਾਂ ਨੇ ਸਨਮਾਨਿਤ ਕਰਕੇ ਮਹਿੰਦਰ ਸਾਥੀ ਦੀ ਕਾਵਿ ਮਹਾਰਤ ਨੂੰ ਸ਼ਾਬਾਸ਼ ਦਿੱਤੀ ਹੈ। ਪਹਿਲੀ ਜਿਹੜੀ ਮੇਰੀ ਨਜ਼ਮ ਛਪੀ ਆ ਉਹ 1965 ਦੇ ਵਿੱਚ ਨਵੀਂ ਦੁਨੀਆ ਇੱਕ ਸਪਤਾਹਕ ਨਿਕਲਦਾ ਹੁੰਦਾ ਸੀ ਜਲੰਧਰ ਤੋਂ, ਉਹਦੇ ਛਪੀ ਪਹਿਲੀ ਨਜ਼ਮ ਮੇਰੀ ਜਿਹੜੀ ਛਪੀ ਆ। ਤੇ ਉਹ ਵੀ ਮੈਂ ਚਾਹੁੰਦਾ ਹਾਂ ਬਦਲ ਦੇਵਾਂ ਇਸ ਸਮਾਜ ਨੂੰ। ਉਹਦਾ ਨਾਂ ਸੀਗਾ ਕਵਿਤਾ ਦਾ। ਤੇ ਇਸ ਤਰ੍ਹਾਂ ਕਰਦੇ ਕਰਦੇ ਫਿਰ ਮੈਂ ਲਿਖਾਰੀ ਸਭਾ 'ਚ 1966 ਦੇ ਵਿੱਚ ਮੈਂ ਲਿਖਾਰੀ ਸਭਾ ਦਾ ਮੋਗੇ ਮੈਂਬਰ ਬਣ ਗਿਆ। ਉਹ ਉੱਥੇ ਮੈਂਬਰ ਬਣਨ ਦੇ ਨਾਲ ਮੈਨੂੰ ਸੋਝੀ ਆਈ। ਉੱਥੇ ਅਜੀਤ ਪੱਤੋ, ਹੋਰ ਮਤਲਬ ਆਪਣਾ ਗੁਰਦੀਪ ਕੋਲੀਆ, ਭਾਗ ਸਿੰਘ ਪਾਠਕ, ਮਨਜੀਤ ਢਿੱਲੋਂ, ਹਰਪਾਲ ਦੀ ਸੁਪਾਲੀ, ਹੋਰ ਬੜੇ ਮਤਲਬ ਹੁਣ ਨਾਂ ਜਿਹਨ ਵਿੱਚ ਨਹੀਂ ਆ ਰਹੇ, ਆਉਂਦੇ ਹੁੰਦੇ ਸੀ ਉਦੋਂ। ਤੇ ਉਹਨਾਂ ਨੇ ਮਤਲਬ ਉੱਥੋਂ ਹੁਣ ਤਾਂ ਸਭਾ ਦਾ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਉੱਥੇ ਆਲੋਚਨਾ ਹੁੰਦੀ ਜਾਂ ਨਹੀਂ ਹੁੰਦੀ, ਬੜੀ ਸਖਤ ਆਲੋਚਨਾ ਕਰਦੇ ਸੀਗੇ। ਅਤੇ ਉਹਦੇ ਵਿੱਚ ਮਤਲਬ ਬੰਦੇ ਦਾ ਜਿਹੜਾ ਵਾਧੂ ਜਿਹਾ ਸੀ, ਕੋਈ ਕਵਿਤਾ 'ਚ ਵਾਧੂ ਲਫ਼ਜ਼ ਸ਼ਬਦ ਹੋਰ ਸਾਰਾ ਕੁਝ ਝੜ ਜਾਂਦਾ ਸੀ, ਇੱਕ ਕਿਸਮ ਦਾ ਝੜ ਜਾਂਦਾ। ਅਤੇ ਫਿਰ ਉਹ ਵਧੀਆ ਮਤਲਬ ਉੱਥੋਂ ਬਣ ਕੇ ਕਵੀ ਨਿਕਲਦਾ। ਉਹ ਇਸ ਤਰ੍ਹਾਂ ਨਹੀਂ ਸੀ ਜਿਵੇਂ ਹੁਣ ਕਈ ਵਾਰੀ ਕਵਿਤਾ ਮਤਲਬ ਪੜ੍ਹੀ ਦੀ ਆ, ਉਹ ਪਤਾ ਨਹੀਂ ਲੱਗਦਾ, ਸਿਰਾਂ ਦੇ ਉੱਤੋਂ ਲੰਘ ਜਾਂਦੀ ਆ ਅਤੇ ਉਹਦਾ ਮਕਸਦ ਕੀ ਹੁੰਦਾ ਲਿਖਣ ਦਾ, ਇਹਦਾ ਪਤਾ ਨਹੀਂ। ਕਵਿਤਾ ਦੀ ਸਾਰਥਿਕਤਾ ਵੇਖਦੇ ਸੀ ਉਹਨਾਂ ਸਮੇਂ 'ਚ, ਸਾਰਥਿਕਤਾ ਵੀ ਹੈ ਕੋਈ ਇਹਦੀ, ਕਿਵੇਂ ਜ਼ਹਿਨੀ ਐਸ਼ੀ ਆ। ਮੈਂ ਹੁਣ ਵੀ ਕਹਿੰਦਾ ਵੀ ਜਿਹੜੀ ਕਵਿਤਾ ਲੋਕਾਂ ਦੇ ਦਿਮਾਗ ਦੇ ਉੱਤੋਂ ਸਿਰ ਦੇ ਉੱਪਰੋਂ ਲੰਘ ਜਾਂਦੀ ਹੈ, ਉਹ ਜ਼ਹਿਨੀ ਐਸ਼ੀ ਤੋਂ ਬਿਨਾਂ ਕੁਝ ਵੀ ਨਹੀਂ ਗਾ। ਮਹਿੰਦਰ ਸਾਥੀ ਜੀ ਨੇ ਮੈਨੂੰ ਲਿਖਣ ਦੇ ਵਿੱਚ ਵੀ ਉਂਗਲ ਫੜ ਕੇ ਤੋਰਿਆ। ਮੈਂ ਉਹਨਾਂ ਨੂੰ ਆਪਣੇ ਉਸਤਾਦ ਵੀ ਮੰਨਦਾ। ਸਮਰੱਥ ਗਜ਼ਲਗੋ ਮਹਿੰਦਰ ਸਾਥੀ ਦੀ ਵਿਚਾਰਧਾਰਾ ਨੂੰ ਜਾਣਨ ਲਈ ਸਾਡੇ ਕੋਲ ਸਰਵੋਤਮ ਸਾਧਨ ਉਹਨਾਂ ਦੀ ਗਜ਼ਲ ਹੈ। ਅੱਜ ਸਾਡੇ ਕੋਲ ਉਹਨਾਂ ਦੀ ਗਜ਼ਲ ਦੇ 2 ਸੰਗ੍ਰਹਿ ਪੁਸਤਕ ਰੂਪ ਵਿੱਚ ਉਪਲਬਧ ਹਨ। ਇਹਨਾਂ ਅਨੇਕਾਂ ਗਜ਼ਲਾਂ ਨੂੰ ਪੜ੍ਹਦਿਆਂ ਸਮਝਦਿਆਂ ਸਾਨੂੰ ਵਿਸ਼ਿਆਂ ਦੀ ਵੰਨ-ਸੁਵੰਨਤਾ ਜਿੱਥੇ ਮਿਲਦੀ ਹੈ, ਉੱਥੇ ਇਹਨਾਂ ਵਿਸ਼ਿਆਂ ਨੂੰ ਜਿਸ ਵਿਚਾਰਧਾਰਾ ਜ਼ਰੀਏ ਪੇਸ਼ ਕੀਤਾ ਗਿਆ ਹੈ, ਉਸ ਵਿੱਚੋਂ ਗਜ਼ਲਗੋ ਦਾ ਗਜ਼ਲ ਲਿਖਣ ਦਾ ਮਕਸਦ ਵੀ ਸਪਸ਼ਟ ਨਿਖੇੜਿਆ ਜਾਣ ਦੀ ਨਿਸ਼ਾਨਦੇਹੀ ਹੋ ਜਾਂਦੀ ਹੈ। ਇੱਥੇ ਗਜ਼ਲਾਂ ਦੇ ਵਿੱਚੋਂ ਕੁਝ ਸ਼ੇਅਰ ਉਦਾਹਰਨ ਵਜੋਂ ਚੁਣੇ ਆ, ਸੁਣੋ। ਭਵੀਸ਼ਣ ਨੇ ਇਹ, ਜੈ ਚੰਦ ਨੇ ਇਹ, ਪਹਾੜਾ ਸਿੰਘ ਵੀ ਨੇ ਇਹ, ਇਹੀ ਤਾਂ ਘਰ ਦੇ ਭੇਦੀ ਆਪਾਂ ਨੂੰ ਮੁੜ ਮੁੜ ਹਰਾਉਂਦੇ ਨੇ। ਤੂੰ ਸਾਥੀ ਦੱਸ ਪਵਿੱਤਰ ਉਹ ਕਿਵੇਂ ਹੋਈ, ਜਿਹਨੂੰ ਮਿਹਨਤ ਦੇ ਢਿੱਡ ਉੱਤੇ ਮਾਰ ਕੇ ਲਾਤੋਂ ਬਚਾਉਂਦੇ ਨੇ। ਇਹ 1982 'ਚ ਲਿਖੀ ਉਹਨਾਂ ਨੇ। ਦੂਜੀ, ਜ਼ੁਲਫਾਂ ਦਾ ਜਾਲ ਤੋੜ ਕੇ ਹੋ ਮੈਂ ਕਦੇ ਤੋਂ ਮੁਕਤ, ਯਾਰੋ ਲਿਆਈਏ ਭਾਲ ਕੇ ਹੁਣ ਇਨਕਲਾਬ ਨੂੰ, ਬੇਖੌਫ ਹੋ ਕੇ ਸਾਥੀਆ ਲਾ ਝੂਠ ਦੇ ਨਕਾਬ, ਤੈਨੂੰ ਕੋਈ ਕੀ ਕਰ ਲੂ ਖਾਨਾ ਖਰਾਬ ਨੂੰ। ਇਹ 84 'ਚ ਲਿਖਿਆ ਉਹਨਾਂ ਨੇ। ਬੁਝਣਗੇ ਰੋਜ਼ ਚੁੱਲ੍ਹੇ ਬਲਣਗੇ ਸਿਵੇ, ਜੇ ਜਨੂਨੀ ਵਰੋਲੇ ਨਾ ਨੱਥੇ ਗਏ, ਪੱਤ ਜੇ ਪੰਜਾਬ ਦੀ ਇਉਂ ਹੀ ਲਹਿੰਦੀ ਰਹੀ, ਕੌਣ ਦੁੱਲੇ ਤੇ ਊਧਮ ਅਸਾਂ ਨੂੰ ਕਹੂ। 1999 ਵਿੱਚ ਇਹ ਸਾਰੇ ਜਿਹੜੇ ਸ਼ੇਅਰ ਆ ਜਲਾਵਤਨ ਰੁੱਤ ਪਰਤੇਗੀ 1994 ਵਿੱਚ ਪ੍ਰਕਾਸ਼ਿਤ ਕਿਤਾਬ ਦੇ ਵਿੱਚੋਂ ਆ। ਇਹਨਾਂ ਸ਼ਬਦਾਂ ਦਾ ਬਿੰਬ ਜਾਂ ਪ੍ਰਤੀਕ ਰੂਪ ਵੀ ਅਤੇ ਸਿੱਧਾ ਸਪਸ਼ਟ ਰੂਪ ਵੀ ਹੈ। ਇਸ ਤੋਂ 2 ਧਿਰਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਆ। ਇੱਕ ਧਿਰ ਘਰ ਦੇ ਭੇਤੀਆਂ ਦੀ, ਮਹੱਲ ਦੀ, ਮੰਦਰ ਦੀ, ਜ਼ਹਿਰ ਨਫ਼ਰਤ ਦੀ, ਹਨੇਰੇ ਦੀ ਹੈ। ਦੂਜੀ ਮੁੜ ਹਾਰਦਿਆਂ ਦੀ, ਮਿਹਨਤ ਦੇ ਢਿੱਡ ਦੀ, ਇਨਕਲਾਬ ਦੀ, ਸੂਰਜ ਦੇ ਲਹੂ ਦੀ ਅਤੇ ਦੁੱਲੇ ਅਤੇ ਉਦਮ ਦੀ ਧਿਰ ਹੈ। ਸਮਰੱਥ ਗਜ਼ਲਗੋ ਮਹਿੰਦਰ ਸਾਥੀ ਦੀਆਂ ਗਜ਼ਲਾਂ ਦੀ ਦੂਸਰੀ ਪੁਸਤਕ ਜਦੋਂ ਤੱਕ ਰਾਤ ਬਾਕੀ ਹੈ, ਜਿਹੜੀ 2012 ਵਿੱਚ ਆਈ, ਉਹਦੇ ਵਿੱਚੋਂ ਕੋਈ ਸ਼ੇਅਰ ਆ। ਮਸ਼ਾਲਾ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਮੈਂ ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ। ਸੱਪ, ਉੱਲੂ, ਬਗਲੇ, ਗਿਰਗਟ, ਤੋਤੇ, ਲੂੰਬੜ, ਭੇੜੀਏ, ਹੰਸਾਂ, ਬਲਦਾਂ, ਗਊਆਂ ਦਾ ਨੇ ਰੂਪ ਧਾਰੀ ਆ ਗਏ। 5 ਸਾਲਾਂ ਤੱਕ ਜਿੰਨਾ ਫਿਰ ਤੈਨੂੰ ਲੁੱਟਣਾ ਕੁੱਟਣਾ,
ਸਾਥੀ ਤੇਰੇ ਦਰ ਉੱਤੇ ਉਹ ਡਾਕੂ ਬਣ ਭਿਖਾਰੀ ਆ ਗਏ। ਰੁੱਤ ਬਦਲੇਗੀ ਹੀ, ਧੁੱਪ ਨਿਕਲੇਗੀ ਹੀ, ਠਹਿਰੇ ਦਰਿਆਵਾਂ ਵਿੱਚ ਜਾਨ ਮਚਲੇਗੀ ਹੀ, ਵਹਿਣ ਇਹਨਾਂ ਦੇ ਭਾਵੇਂ ਨੇ ਸੁਸਤਾ ਰਹੇ, ਇਹ ਹਮੇਸ਼ਾ ਲਈ ਕਿੰਝ ਰੁਕਣਗੇ। ਵੈਸੇ ਤਾਂ ਮਹਿੰਦਰ ਸਾਥੀ ਜੀ ਨੂੰ ਕਿਤਾਬਾਂ, ਰਸਾਲਾਂ ਅਤੇ ਮੈਗਜ਼ੀਨਾਂ ਰਾਹੀਂ ਮਿਲਦੇ ਰਹੇ ਹਾਂ, ਪਰ ਸਹੀ ਰੂਪ ਵਿੱਚ ਮਿਲਣ ਦਾ ਸਬੱਬ 2014 ਤੋਂ ਬਾਅਦ ਹੋਇਆ, ਜਦੋਂ ਉਹਨਾਂ ਦਾ ਸਮਾਲਸਰ ਵਿੱਚ ਪਹਿਲਾ ਸਾਹਿਤਕ ਸਮਾਗਮ ਕਰਵਾ ਕੇ ਸਨਮਾਨ ਕੀਤਾ। ਅਤੇ ਹੁਣ ਸ਼ਾਇਦ ਹੀ ਕੋਈ ਇਹੋ ਜਿਹਾ ਹਫ਼ਤਾ ਹੋਵੇ ਜਦੋਂ ਸਾਥੀ ਸਾਹਿਬ ਨੂੰ ਮੋਗੇ ਗਏ ਹੋਈਏ ਅਤੇ ਨਾ ਮਿਲ ਕੇ ਆਈਏ। ਮੈਂ ਸਮਝਦਾ ਸਾਡੀ ਜ਼ਿੰਦਗੀ ਦਾ, ਮੇਰੀ ਜ਼ਿੰਦਗੀ ਦਾ ਇਹ ਚੰਗਾ ਸਬੱਬ ਬਣਿਆ ਕਿ ਸਾਨੂੰ ਸਾਥੀ ਹੋਰਾਂ ਦੇ, ਲੋਕ ਪੱਖੀ ਸ਼ਾਇਰ ਜੀ ਦੇ ਨਾਲ ਰਹਿਣ ਦਾ ਮੌਕਾ ਮਿਲਿਆ। ਪਿਛਲੇ ਸਾਲ ਦੀ ਗੱਲ ਆ, ਅਪ੍ਰੈਲ 2020 ਦੇ ਵਿੱਚ ਸਾਥੀ ਨੇ ਜਦੋਂ ਫੋਨ ਕੀਤਾ ਕਿ ਲੋਕਡਾਊਨ ਲੱਗਾ ਹੋਇਆ, ਮੈਨੂੰ ਕੋਈ ਮਿਲਣ ਵਾਲਾ ਨਹੀਂ, ਤਾਂ ਉਹਨਾਂ ਨੇ ਨਾਲ ਹੀ ਇੱਕ ਖਵਾਇਸ਼ ਰੱਖੀ ਕਿ ਮੇਰੇ ਵਾਸਤੇ ਪ੍ਰਸ਼ਾਦ ਜ਼ਰੂਰ ਬਣਾ ਕੇ ਲਿਆਉਣਾ। ਤਾਂ ਮੈਂ ਉਸ ਟਾਈਮ, ਮੈਨੂੰ ਮੇਰੇ ਸਹੁਰੇ ਘਰ ਦੁੰਨੇ ਕੇ ਪਿੰਡ ਕੰਮ ਸੀ, ਉੱਥੋਂ ਮੈਂ ਆਪਦੀ ਸਾਲੀ ਤੋਂ ਪ੍ਰਸ਼ਾਦ ਬਣਵਾਇਆ। ਅਤੇ ਜਦੋਂ ਸਾਥੀ ਨੇ ਉਹ ਪ੍ਰਸ਼ਾਦ ਖਾਧਾ ਅਤੇ ਬਹੁਤ ਖੁਸ਼ ਹੋਏ। ਇਸ ਤਰ੍ਹਾਂ ਕਰਕੇ ਸਾਥੀ ਜੀ ਅਕਸਰ ਹੀ ਪ੍ਰਸ਼ਾਦ ਜਾਂ ਜਿਹੜੀ ਬਰਫੀ ਹੁੰਦੀ ਸੀ ਵੇਸਣ ਦੀ, ਉਹਨੂੰ ਬਹੁਤ ਪਸੰਦ ਕਰਦੇ ਸੀ। ਮੈਨੂੰ ਅਕਸਰ ਹੀ ਜਦੋਂ ਮੈਂ ਜਾਣਾ ਤਾਂ ਪਹਿਲਾਂ ਕਹਿਣਾ ਵੀ ਮੈਨੂੰ ਫੋਨ ਕਰਕੇ ਆਉਣਾ, ਚਰਨਜੀਤ ਵੇਸਣ ਦੀ ਬਰਫੀ ਜਾਂ ਪ੍ਰਸ਼ਾਦ ਜ਼ਰੂਰ ਲੈ ਕੇ ਆਉਣਾ। ਤਾਂ ਇਹਨਾਂ ਦੇ ਜਨਮ ਦਿਨ 'ਤੇ ਵੀ ਅਸੀਂ 2 ਵਾਰੀ ਮੈਂ ਘਰੋਂ ਪ੍ਰਸ਼ਾਦ ਬਣਾ ਕੇ ਲਗਿਆ। ਸਾਥੀ ਜੀ ਬੜੇ ਚਾਹ ਕੇ ਖਾਂਦੇ ਸੀ। ਹੁਣ ਕਵਿਤਾਵਾਂ ਭਾਵੇਂ ਛੋਟੀਆਂ ਮੋਟੀਆਂ ਜਾਂ ਮਾੜੀਆਂ ਮੋਟੀਆਂ ਕਲਮ ਵਾਹ ਲੈਂਦੇ ਸੀ, ਲਿਖ ਲੈਂਦੇ ਸੀ, ਪਰ ਸਾਥੀ ਦੇ ਜਿਹਦੀ ਸੰਗਤ ਵਿੱਚ ਆਉਣ ਨਾਲ ਉਹ ਸਾਡੇ ਸ਼ਬਦਾਂ ਦੇ ਵਿੱਚ, ਅੱਖਰਾਂ ਦੇ ਵਿੱਚ, ਤੋਲ ਤਕਾਨ ਦੇ ਵਿੱਚ ਸਾਡੀ ਬਹੁਤ ਸਹਾਇਤਾ ਕਰਦੇ। ਤਾਂ ਮੈਨੂੰ ਯਾਦ ਆ ਵੀ ਇੱਕ ਵਾਰੀ ਮੈਂ ਸਾਥੀ ਦੇ ਨਾਂ ਥੱਲੇ ਹੀ ਉਹਨਾਂ ਨੂੰ ਮੁਖਾਤਬ ਹੋ ਕੇ ਇੱਕ ਗਜ਼ਲ ਲਿਖਣ ਦੀ ਕੋਸ਼ਿਸ਼ ਕੀਤੀ, ਤਾਂ ਉਹਦੇ ਵਿੱਚ ਵੀ ਉਹਨਾਂ ਨੇ 2 ਸ਼ਬਦ ਜਿਹੜੇ ਕਰੈਕਸ਼ਨ ਕਰਾਏ। ਤਾਂ ਮੈਂ ਉਸ ਗਜ਼ਲ ਦੇ 2 ਸ਼ੇਅਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਬੰਦਾ ਕੀ ਹੈ ਇਸ ਦੇ ਮਾਇਨੇ, ਬੰਦਾ ਕੀ ਹੈ ਇਸ ਦੇ ਮਾਇਨੇ ਕਰ ਸਕਾਰ ਗਿਆ ਸਾਥੀ, ਤੂਫਾਨਾਂ ਝੱਖੜਾਂ ਵਿੱਚ ਵੀ ਨਦੀ ਦੇ ਉਸ ਪਾਰ ਗਿਆ ਸਾਥੀ। ਤਾਂ ਇਸ ਦੇ ਵਿੱਚ ਇੱਕ ਸ਼ੇਅਰ ਸੀ, ਚਿਰ ਤੋਂ ਤਪਦੀ ਪਈ ਸੀ ਜਿਹੜੀ ਮਾਰੂ ਥਲ ਦੀ ਬੁੱਕਲ ਵਿੱਚ, ਚਿਰ ਤੋਂ ਤਪਦੀ ਪਈ ਸੀ ਜਿਹੜੀ ਮਾਰੂ ਥਲ ਦੀ ਬੁੱਕਲ ਵਿੱਚ, ਉਸ ਥੋਰ ਦੀ ਹਿੱਕ ਨੂੰ ਸਾਵਣ ਵਾਂਗੂ ਠਾਰ ਗਿਆ ਸਾਥੀ। ਮੈਂ ਜਿਹੜਾ ਇਹ ਸ਼ੇਅਰ ਦੇ ਵਿੱਚ ਲਿਖਿਆ ਸੀ ਚਿਰ ਤੋਂ ਤਪਦੀ, ਉਹਨਾਂ ਨੇ ਫਿਰ ਸੜਦੀ ਕਰਵਾਇਆ, ਚਿਰ ਤੋਂ ਸੜਦੀ। ਇਸ ਤਰ੍ਹਾਂ ਹੀ ਮੈਂ ਉਸ ਪੋਲੀ ਦੀ ਹਿੱਕ ਨੂੰ ਸਾਵਣ ਵਾਂਗੂ ਠਾਰ ਗਿਆ ਕੋਈ, ਪਰ ਉਹਨਾਂ ਨੇ ਥੋਰ ਕਰਵਾਇਆ। ਇਸ ਤਰ੍ਹਾਂ ਨਿੱਕੇ ਨਿੱਕੇ ਸ਼ਬਦ ਅਕਸਰ ਹੀ ਜਦੋਂ ਮੈਂ ਜਾਂਦਾ ਤਾਂ ਕੁਛ ਨਾ ਕੁਛ ਉਹਨਾਂ ਕੋਲੇ ਲਿਖ ਕੇ ਲਿਆਂਦਾ। ਤਾਂ ਅਸੀਂ ਉਹਨਾਂ ਦੇ ਘਰ ਬੈਠ ਕੇ, ਸਾਡੇ ਆਂਟੀ ਜੀ ਨਾਲ ਸਾਡਾ ਸਹਿਯੋਗ ਕਰਦੇ ਹੁੰਦੇ ਸੀਗੇ, ਤਾਂ ਨਿੱਕੇ ਨਿੱਕੀਆਂ ਕਰੈਕਸ਼ਨਾਂ ਕਰਦੇ ਅਤੇ ਨਾਲੇ ਸਾਥੀ ਜੀ ਆਪਣੇ ਹੱਥ ਦੀ ਬਣਾਈ ਹੋਈ ਸਾਨੂੰ ਚਾਹ ਪਿਆਉਂਦੇ। ਦੋਸਤੋ, ਮੈਂ ਆਪਣੀ ਉਸ ਗਜ਼ਲ ਦੇ ਤੁਹਾਨੂੰ ਕੁਝ ਸ਼ੇਰ ਸੁਣਾਉਣ ਦੀ ਕੋਸ਼ਿਸ਼ ਕਰਦਾ ਹਾਂ, ਜਿਹੜੀ ਕਿ ਸਾਰੀ ਦੁਨੀਆ 'ਚ ਘੁੰਮ ਰਹੀ ਹੈ। 1982 ਤੋਂ ਇਹ ਗੁਰਸ਼ਰਨ ਸਿੰਘ ਨੇ ਇਸ ਦਾ ਮਤਲਬ ਕੋਰੀਓਗ੍ਰਾਫੀ ਬਣਾਈ, ਅਤੇ ਇਹ ਮੈਨੂੰ ਫੋਨ ਵੀ ਆਉਂਦੇ ਅਤੇ ਖਤ ਵੀ ਆਉਂਦੇ ਆ। 1982 'ਚ ਇਹ ਮੈਂ 1971 'ਚ ਲਿਖੀ ਸੀ, ਜਦੋਂ ਬੰਤਰਾ ਜਾਣੇ ਦਾ ਉਹਨਾਂ ਨੇ ਮੁਕਾਬਲਾ ਬਣਾਇਆ, ਅਤੇ ਮੈਨੂੰ ਵੀ 15 ਚੌਥੇ ਮੌਕੇ 15 ਕੱਟਣੇ ਪਏ। ਅਤੇ ਮੈਂ ਉਦੋਂ ਬਾਅਦ ਜਦੋਂ ਆਇਆ ਉਦੋਂ ਮੈਂ ਲਿਖਿਆ ਹੈ। ਇਹਦਾ ਨਾਂ ਨਹੀਂ, ਗਜ਼ਲ ਦੇ ਸ਼ੇਰ ਹੈ। ਪਹਿਲਾ ਸ਼ੇਰ ਹੈ, ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ। ਮਿਲੂ ਮਨਸੂਰ ਨੂੰ ਸੂਲੀ ਤੇ ਵਿਸ਼ ਸੁਕਰਾਤ ਦੇ ਹਿੱਸੇ, ਮਿਲੂ ਮਨਸੂਰ ਨੂੰ ਸੂਲੀ ਤੇ ਵਿਸ਼ ਸੁਕਰਾਤ ਦੇ ਹਿੱਸੇ,
ਰਹੇਗਾ ਜੁਰਮ ਸੱਚ ਕਹਿਣਾ ਜਦੋਂ ਤੱਕ ਰਾਤ ਬਾਕੀ ਹੈ। ਪਸੀਨੇ ਦੀ ਤਾਂ ਗੱਲ ਛੱਡੋ, ਲਹੂ ਮਜ਼ਦੂਰ ਦਾ ਯਾਰੋ। ਪਸੀਨੇ ਦੀ ਤਾਂ ਗੱਲ ਛੱਡੋ, ਲਹੂ ਮਜ਼ਦੂਰ ਦਾ ਯਾਰੋ। ਰਹੇਗਾ ਪਾਣੀਓ ਸਸਤਾ ਜਦੋਂ ਤੱਕ ਰਾਤ ਬਾਕੀ ਹੈ। ਰਹੇਗਾ ਪਾਣੀਓ ਸਸਤਾ ਜਦੋਂ ਤੱਕ ਰਾਤ ਬਾਕੀ ਹੈ। ਬਣੇਗਾ ਇਸ਼ਕ ਮੇਰਾ ਉਦੋਂ ਤੱਕ ਬਾਰੂਦ ਦਾ ਖਾਜ਼ਾ। ਬਾਰਡਰ ਵਾਲੇ ਇਸ਼ਾਰਾ ਕੀਤਾ ਜੀ। ਬਣੇਗਾ ਇਸ਼ਕ ਮੇਰਾ ਉਦੋਂ ਤੱਕ ਬਾਰੂਦ ਦਾ ਖਾਜ਼ਾ, ਤੇ ਤੇਰੇ ਹੁਸਨ ਨੇ ਵਿਕਣਾ ਜਦੋਂ ਤੱਕ ਰਾਤ ਬਾਕੀ ਹੈ। ਤੇ ਤੇਰੇ ਹੁਸਨ ਨੇ ਵਿਕਣਾ ਜਦੋਂ ਤੱਕ ਰਾਤ ਬਾਕੀ ਹੈ। ਹਨੇਰੇ ਦੀ ਅਦਾਲਤ ਵਿੱਚ ਹੈ ਕੀ ਫਰਿਆਦ ਦਾ ਫਾਇਦਾ। ਹਨੇਰੇ ਦੀ ਅਦਾਲਤ ਵਿੱਚ ਹੈ ਕੀ ਫਰਿਆਦ ਦਾ ਫਾਇਦਾ। ਤੂੰ ਕਰ ਸੰਗਰਾਮ ਐ ਸਜਣਾ ਜਦੋਂ ਤੱਕ ਰਾਤ ਬਾਕੀ ਹੈ। ਰਗੜ ਮੱਥਾ ਤੂੰ ਮੰਦਿਰ 'ਚ ਜਾਂ ਮਸਜਿਦ ਵਿੱਚ ਤੂੰ ਕਰ ਸਜਦੇ। ਰਗੜ ਮੱਥਾ ਤੂੰ ਮੰਦਿਰ 'ਚ ਜਾਂ ਮਸਜਿਦ ਵਿੱਚ ਤੂੰ ਕਰ ਸਜਦੇ। ਤੇਰੇ ਦੁੱਖਾਂ ਨੇ ਨਹੀਂ ਮੁੱਕਣਾ ਜਦੋਂ ਤੱਕ ਰਾਤ ਬਾਕੀ ਹੈ। ਤੇਰੇ ਦੁੱਖਾਂ ਨੇ ਨਹੀਂ ਮੁੱਕਣਾ ਜਦੋਂ ਤੱਕ ਰਾਤ ਬਾਕੀ ਹੈ। ਮਸ਼ਾਲਾਂ ਬਾੜ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ। ਮਸ਼ਾਲਾਂ ਬਾੜ ਕੇ ਚੱਲਣਾ।